Good dear aspirants, I welcome you all in this beautiful platform of our Academy. So as you all know, ਆਪਣੇ ਪਲੇਟਫਾਰਮ ਦੇ ਉੱਤੇ ਤੁਹਾਡੇ ਲਈ ਫ੍ਰੀ ਆਫ ਕਾਸਟ ਜਿਹੜਾ ਮਟੀਰੀਅਲ ਹੈ ਇੰਗਲਿਸ਼ ਦਾ ਪ੍ਰੋਵਾਈਡ ਕਰਵਾਇਆ ਜਾ ਰਿਹਾ ਹੈ ਸੋ ਦੈਟ ਤੁਸੀਂ ਜੋ ਵੀ ਐਗਜ਼ਾਮ ਦੀ ਪ੍ਰੈਪਰੇਸ਼ਨ ਕਰ ਰਹੇ ਹੋ ਉਹਦੇ ਵਿੱਚ ਤੁਹਾਡਾ ਇੰਗਲਿਸ਼ ਪੋਰਸ਼ਨ ਹੈ ਜਿਹੜਾ ਉਹ ਬੂਸਟ ਹੋ ਸਕੇ ਤੁਸੀਂ ਉਹਦੀ ਪ੍ਰੈਪਰੇਸ਼ਨ ਹੈ ਜਿਹੜਾ ਉਹ ਚੰਗੇ ਤਰੀਕੇ ਦੇ ਨਾਲ ਕਰ ਸਕੋ ਤਾਂ ਆਪਾਂ ਜਿਹੜਾ ਕਲਾਸਿਸ ਉਹ ਲੈ ਕੇ ਆ ਰਹੇ ਹਾਂ ਤੁਹਾਡੇ ਲਈ ਰੈਗੂਲਰ ਕਲਾਸਿਸ ਜਿਹੜੀਆਂ ਤੁਹਾਡੀਆਂ ਹੋ ਰਹੀਆਂ ਜਿਹਦੇ ਵਿੱਚ ਆਪਾਂ ਇੰਗਲਿਸ਼ ਗ੍ਰਾਮਰ ਦੇ ਪੋਰਸ਼ਨ ਹੈ ਜਿਹੜੇ ਉਹ ਡਿਸਕਸ ਕਰ ਰਹੇ ਹਾਂ ਇੰਗਲਿਸ਼ ਗ੍ਰਾਮਰ ਦਾ ਜਿਹੜਾ ਆਪਣੇ ਕੋਲੇ ਸਿਲੇਬਸ ਹੈ ਉਹ ਡਿਸਕਸ ਕੀਤਾ ਜਾਂਦਾ ਹੈ ਆਪਣੇ ਪਿੱਛੇ ਆਪਾਂ ਨਾਉਨ ਦੀ ਕਲਾਸਿਸ ਕੰਪਲੀਟ ਕਰ ਚੁੱਕੇ ਹਾਂ ਪਰ ਨਾਉਨ ਦਾ ਟੌਪਿਕ ਤੁਹਾਡਾ ਕੰਪਲੀਟ ਹੋ ਚੁੱਕਿਆ ਹੈ ਐਡਜੈਕਟਿਵ ਐਂਡ ਐਡਵਰਬ ਆਪਾਂ ਕੰਪਲੀਟ ਕਰ ਚੁੱਕੇ ਹਾਂ ਪਲੱਸ ਐਡਵਰਬ ਦੀ ਕਲਾਸ ਤੁਹਾਡੀ ਹੋਈ ਸੀ ਪ੍ਰੈਕਟਿਸ ਕਲਾਸ ਉਹ ਆਪਾਂ ਦੇਖ ਲਈ ਸੀ ਤਾਂ ਅੱਜ ਜਿਹੜੀ ਤੁਹਾਡੀ ਨੈਕਸਟ ਕਲਾਸ ਹੋਏਗੀ ਨੈਕਸਟ ਟੌਪਿਕ ਜੋ ਆਪਾਂ ਕਲਾਸ ਦੇ ਵਿੱਚ ਸਟਾਰਟ ਕਰਨ ਜਾ ਰਹੇ ਹਾਂ ਦੈਟ ਇਜ਼ ਆਰਟੀਕਲਸ ਜੋ ਕਿ ਮੋਸਟ ਇੰਪੋਰਟੈਂਟ ਟੌਪਿਕ ਹੈ ਗ੍ਰਾਮਰ ਦੇ ਵਿੱਚ ਲਗਭਗ ਹਰ ਇੱਕ ਪੇਪਰ ਦੇ ਵਿੱਚ ਆਰਟੀਕਲ ਦੇ ਵਿੱਚ ਕੁਐਸਚਨ ਜਿਹੜਾ ਉਹ ਪੁੱਛਿਆ ਜਾਂਦਾ ਹੈ ਸੋ ਧਿਆਨ ਦੇ ਨਾਲ ਜਿਹੜਾ ਆਪਾਂ ਕਲਾਸ ਨੂੰ ਜੁਆਇਨ ਕਰਨਾ ਹੈ ਅਟੈਂਡ ਕਰਨਾ ਹੈ ਤੇ ਤੁਹਾਡੇ ਨੋਟਸ ਹੈ ਜਿਹੜੇ ਤੁਸੀਂ ਉਹ ਨਾਲ ਬਣਾਉਂਦੇ ਰਹਿਣਾ ਸੋ ਦੈਟ ਜਦੋਂ ਤੁਸੀਂ ਰਿਵਾਈਜ਼ ਕਰੋ ਤੇ ਤੁਹਾਨੂੰ ਜਿਹੜਾ ਉਹਨਾਂ ਵਿੱਚ ਕੋਈ ਡਾਊਟ ਨਾ ਰਹੇ ਤਾਂ ਆਪਣੀ ਫਰਸਟ ਕਲਾਸ ਹੈ ਜੀ ਆਰਟੀਕਲਸ ਦੀ ਅਗੇਨ ਫਰਸਟ ਆਪਾਂ ਕਲਾਸ ਦੇ ਵਿੱਚ ਡਿਸਕਸ ਕਰਦੇ ਹੁੰਦੇ ਆ ਕਿਸੇ ਵੀ ਚੀਜ਼ ਦੀ ਡੈਫੀਨੇਸ਼ਨ ਦੈਨ ਆਪਾਂ ਡਿਸਕਸ ਕਰਦੇ ਹਾਂ ਕਿ ਉਹਦੀਆਂ ਬੇਸਿਕ ਦੀਆਂ ਜਿਹੜੀਆਂ ਆਪਣੇ ਕੋਲ ਥਿਊਰੀ ਵਾਈਜ਼ ਜਿਹੜਾ ਕੋਲ ਆਪਣੇ ਕੋਲ ਕੁਐਸਚਨ ਹੈ ਉਹ ਕੀ ਹੁੰਦਾ ਸੋ ਆਪਣੀ ਕਲਾਸ ਸਟਾਰਟ ਕਰਨ ਤੋਂ ਪਹਿਲਾਂ ਆਪਾਂ ਸਭ ਤੋਂ ਪਹਿਲਾਂ ਦੇਖਾਂਗੇ ਟੈਲੀਗ੍ਰਾਮ ਗਰੁੱਪ ਤਾਂ ਜਿੰਨਾ ਵੀ ਆਪਣੇ ਕੋਲ ਕੋਈ ਸੈਸ਼ਨ ਤੁਹਾਡੇ ਕੋਲ YouTube ਦੇ ਉੱਤੇ ਕੰਡਕਟ ਕਰਵਾਇਆ ਜਾਂਦਾ ਹੈ ਤਾਂ ਉਹਦੇ ਤੁਹਾਨੂੰ ਨੋਟਸ ਹੈ ਜਿਹੜੇ ਆਪਾਂ ਸਿੰਪਲ ਕਹਿ ਸਕਦੇ ਹਾਂ ਪੀਪੀਟੀ ਵਾਲੇ ਨੋਟਸ ਐਨੋਟੇਸ਼ਨ ਫਾਈਲ ਹੈ ਜਿਹੜੀ ਉਹ ਤੁਹਾਡੀ ਟੈਲੀਗ੍ਰਾਮ ਗਰੁੱਪ ਦੇ ਉੱਤੇ ਤੁਹਾਨੂੰ ਸ਼ੇਅਰ ਕੀਤੀ ਜਾਂਦੀ ਹੈ ਜਿਨ੍ਹਾਂ ਸਟੂਡੈਂਟਸ ਨੂੰ ਦਿੱਕਤ ਆਉਂਦੀ ਹੈ ਕਿ ਉਹ ਨੋਟਸ ਨਹੀਂ ਬਣਾ ਰਹੇ ਜਾਂ ਉਹਨਾਂ ਨੂੰ ਟਾਈਮ ਨਹੀਂ ਲੱਗ ਰਿਹਾ ਤਾਂ ਉਹ ਜਿਹੜਾ YouTube ਦੇ ਸੈਸ਼ਨ ਦੀ ਪੀਪੀਟੀ ਹੈ ਜਿਹੜੀ ਟੈਲੀਗ੍ਰਾਮ ਗਰੁੱਪ ਤੋਂ ਜਿਹੜਾ ਆਪਣੇ ਕੋਲੇ ਲੈ ਸਕਦੇ ਈਜ਼ੀ ਹੈ ਤੁਹਾਡੇ ਕੋਲੇ ਸਿੰਪਲ ਤੁਸੀਂ ਜਿਹੜਾ ਟੈਲੀਗ੍ਰਾਮ ਗਰੁੱਪ ਦਾ ਲਿੰਕ ਹੈ ਉਹ ਡਿਸਕ੍ਰਿਪਸ਼ਨ ਵਿੱਚ ਤੁਹਾਨੂੰ ਮਿਲ ਜਾਏਗਾ ਉੱਥੋਂ ਤੁਸੀਂ ਗਰੁੱਪ ਹੈ ਜਿਹੜਾ ਜੁਆਇਨ ਕਰ ਲਓਗੇ ਨਾਟ ਓਨਲੀ ਪੀਪੀਟੀ ਤੁਹਾਨੂੰ ਇੱਥੇ ਪ੍ਰੋਵਾਈਡ ਕਰਵਾਈ ਜਾਂਦੀ ਹੈ ਇਸ ਤੋਂ ਇਲਾਵਾ ਤੁਹਾਡੇ ਕੋਲ ਕੁਝ ਇੰਪੋਰਟੈਂਟ ਨੋਟੀਫਿਕੇਸ਼ਨ ਜਿਵੇਂ ਤੁਹਾਡੇ ਕੋਲ ਕਿਸੇ ਐਗਜ਼ਾਮ ਨਾਲ ਰਿਲੇਟਡ ਕੋਈ ਨੋਟੀਫਿਕੇਸ਼ਨ ਹੈ ਤਾਂ ਤੁਸੀਂ ਉਹ ਵੀ ਜਿਹੜੀ ਇੱਥੋਂ ਪ੍ਰਾਪਤ ਕਰ ਸਕਦੇ ਹੋ ਐਂਡ ਦ ਥਰਡ ਮੋਸਟ ਇੰਪੋਰਟੈਂਟ ਥਿੰਗ ਹੈ ਜਿਹੜੇ ਤੁਹਾਡੇ ਕੋਲ ਪੋਸਟ ਤੇ ਕੁਇਜ਼ ਕੰਡਕਟ ਕਰਵਾਏ ਜਾਂਦੇ ਆ ਤਾਂ ਕਿ ਤੁਸੀਂ ਆਪਣੀ ਪ੍ਰੈਪਰੇਸ਼ਨ ਦਾ ਲੈਵਲ ਹੈ ਜਿਹੜਾ ਉਹ ਚੈੱਕ ਕਰ ਸਕੋ ਬਿਕਾਜ਼ ਜਿੰਨੇ ਵੀ ਕੁਐਸਚਨ ਤੁਹਾਡੇ ਕੋਲ ਪੋਸਟ ਜਾਂ ਕੁਇਜ਼ ਤਿਆਰ ਕੀਤੇ ਜਾਂਦੇ ਉਹ ਪ੍ਰੀਵੀਅਸ ਈਅਰ ਕੁਐਸਚਨ ਦੇ ਹੀ ਹੁੰਦੇ ਆ ਤੇ ਤੁਹਾਡੇ ਕੋਲ ਉੱਥੇ ਪ੍ਰੀਵੀਅਸ ਈਅਰ ਕੁਐਸਚਨ ਵਾਲਾ ਟੌਪਿਕ ਹੈ ਜਿਹੜਾ ਤੁਹਾਡਾ ਉੱਥੋਂ ਕੰਪਲੀਟ ਹੋ ਸਕਦਾ ਸੋ ਟਰਾਈ ਕਰਿਓ ਜਿੰਨਾ ਵੀ ਸਟੂਡੈਂਟਸ ਨੇ ਜੁਆਇਨ ਨਹੀਂ ਕੀਤਾ ਤਾਂ ਟੈਲੀਗ੍ਰਾਮ ਗਰੁੱਪ ਨੂੰ ਜੁਆਇਨ ਕਰ ਸਕਦੇ ਹਾਂਜੀ ਤਾਂ ਸਟਾਰਟ ਕਰਦੇ ਹਾਂ ਆਪਣੀ ਅੱਜ ਦੀ ਕਲਾਸ ਫਰਸਟ ਕਲਾਸ ਹੈ ਤੁਹਾਡੀ ਆਰਟੀਕਲਸ ਦੀ ਸਭ ਤੋਂ ਪਹਿਲਾਂ ਦੇਖਾਂਗੇ ਆਰਟੀਕਲਸ ਹੁੰਦੇ ਕੀ ਹੈ ਕੀ ਡੈਫੀਨੇਸ਼ਨ ਹੈ ਤੇ ਅੱਗੇ ਆਪਾਂ ਦੇਖਾਂਗੇ ਇਹਨਾਂ ਦੇ ਯੂਜ਼ਰਸ ਅਗੇਨ ਤੁਹਾਡੇ ਕੋਲ ਆਰਟੀਕਲ ਦਾ ਟੌਪਿਕ ਬਹੁਤ ਵਾਸਟ ਹੈ ਡਿਸਕਸ ਕਰਾਂਗੇ ਵਨ ਬਾਏ ਵਨ ਇਹਦੇ ਰੂਲਸ ਤੇ ਮੋਸਟ ਇੰਪੋਰਟੈਂਟ ਟੌਪਿਕ ਹੈ ਹਰ ਇੱਕ ਸਟੂਡੈਂਟ ਦੇ ਹਰ ਇੱਕ ਪੇਪਰ ਦੇ ਲਈ ਇਹ ਜਿਹੜਾ ਹੈਗਾ ਆਪਣੇ ਕੋਲੇ ਇੰਪੋਰਟੈਂਟ ਟੌਪਿਕ ਹੈ ਸੋ ਧਿਆਨ ਦੇ ਨਾਲ ਜਿਹੜਾ ਤੁਸੀਂ ਇਹ ਟੌਪਿਕ ਦੇਖਣਾ ਹਾਂਜੀ ਤਾਂ ਸਟਾਰਟ ਕਰਦੇ ਹਾਂ ਆਪਣੀ ਕਲਾਸ ਸਭ ਤੋਂ ਪਹਿਲਾਂ ਤੁਹਾਡੇ ਕੋਲ ਡੈਫੀਨੇਸ਼ਨ ਆਰਟੀਕਲਸ ਹੁੰਦੇ ਕੀ ਹੈ ਤਾਂ ਇਹਦੀ ਡੈਫੀਨੇਸ਼ਨ ਬੇਸਿਕਲੀ ਦੇਖਿਆ ਜਾਵੇ ਤਾਂ ਆਰਟੀਕਲਸ ਜਿਹੜਾ ਹੈਗਾ ਇੱਕ ਡਿਟਰਮੀਨਰ ਦਾ ਹੀ ਪਾਰਟ ਹੈ ਆਰਟੀਕਲਸ ਤੁਹਾਡੇ ਪੇਪਰ ਦੇ ਵਿੱਚ ਅਲੱਗ ਤੋਂ ਪੁੱਛੇ ਜਾਣ ਵਾਲਾ ਇੱਕ ਟੌਪਿਕ ਨਹੀਂ ਹੈ ਇਹ ਇੱਕ ਡਿਟਰਮੀਨਰ ਦਾ ਹੀ ਪਾਰਟ ਹੈ ਬਟ ਸੇਮ ਜੀ ਤੁਸੀਂ ਡਿਟਰਮੀਨਰ ਦੇ ਵਿੱਚ ਕੁਝ ਲਿਮਟਡ ਜਿਹੇ ਵਰਡ ਹੀ ਪਾਓਗੇ ਤੇ ਆਰਟੀਕਲਸ ਦਾ ਜਿਹੜਾ ਤੁਹਾਡੇ ਕੋਲ ਏਰੀਆ ਹੈਗਾ ਉਹ ਥੋੜਾ ਜਿਹਾ ਵਾਸਟ ਹੋ ਜਾਂਦਾ ਹੈ ਤੁਸੀਂ ਤਿੰਨ ਵਰਡ ਜਿਹੜੇ ਕਿ ਆਰਟੀਕਲਸ ਦੇ ਵਿੱਚ ਡਿਸਕਸ ਕਰੋਗੇ ਤਿੰਨ ਵਰਡ ਕਿਹੜੇ ਹੈ ਫਸਟ ਇਜ਼ ਏ then and the last word is the ਸਿਰਫ ਤਿੰਨ ਵਰਡ ਨੇ ਜਿਨ੍ਹਾਂ ਦੇ ਉੱਤੇ ਇਹ ਟੌਪਿਕ ਤੁਹਾਡਾ ਬੇਸਡ ਹੈ ਕਿਸ ਤਰੀਕੇ ਨਾਲ ਤੁਸੀਂ ਇਹ ਦਾ ਯੂਜ਼ ਕਰੋਗੇ ਕਿੱਥੇ ਤੁਹਾਡਾ ਐਨ ਯੂਜ਼ ਕੀਤਾ ਜਾਏਗਾ ਤੇ ਲਾਸਟ ਵਰਡ ਤੁਹਾਡਾ ਦਾ ਯੂਜ਼ ਤੁਸੀਂ ਕਿੱਥੇ ਕਰੋਗੇ ਹਾਂਜੀ ਤਾਂ ਇਹ ਤੁਹਾਡੇ ਕੋਲ ਆਰਟੀਕਲਸ ਦੇ ਵਿੱਚ ਆਪਾਂ ਡਿਸਕਸ ਕਰਾਂਗੇ ਅਗੇਨ ਤੁਹਾਨੂੰ ਦੱਸ ਦਿੱਤਾ ਜਾਵੇ ਆਰਟੀਕਲਸ ਕੋਈ ਅਲੱਗ ਤੋਂ ਟੌਪਿਕ ਨਹੀਂ ਹੈ ਆਰਟੀਕਲਸ ਦਾ ਟੌਪਿਕ ਤੁਹਾਡਾ ਡਿਟਰਮੀਨਰਸ ਦਾ ਹੀ ਇੱਕ ਪਾਰਟ ਹੈ ਡਿਟਰਮੀਨਰ ਦੇ ਵਿੱਚ ਤੁਹਾਡੇ ਕੋਲ ਆਰਟੀਕਲ ਹੈ ਜਿਹੜਾ ਉਹ ਆ ਜਾਂਦਾ ਹੈ ਹਾਂਜੀ ਤਾਂ ਸਭ ਤੋਂ ਪਹਿਲਾਂ ਦੇਖੋ ਤੁਹਾਡੇ ਕੋਲ ਡੈਫੀਨੇਸ਼ਨ ਕੀ ਹੈ ਆਰਟੀਕਲਸ ਕੀ ਹੁੰਦੇ ਆ ਆਰਟੀਕਲਸ ਆਰ ਵਰਡਸ a and or the that precede noun and indicate whether the noun is specific or general basically meaning ਦੇਖਿਆ ਜਾਵੇ ਤਾਂ ਆਰਟੀਕਲਸ ਕੀ ਹੁੰਦੇ ਆ ਵਰਡਸ ਹੁੰਦੇ ਆ ਵਰਡਸ ਜਿਵੇਂ ਆਪਾਂ ਨੋਟ ਕੀਤੇ ਆ a and or the ਤਾਂ ਇਹ ਕੀ ਨੇ ਤੁਹਾਡੇ ਕੋਲ ਆਰਟੀਕਲਸ ਨੇ that precede noun precede ਦਾ ਮਤਲਬ ਹੁੰਦਾ ਹੈ ਪਹਿਲਾਂ ਆਉਣਾ ਕਿਸੇ ਚੀਜ਼ ਤੋਂ ਪਹਿਲਾਂ ਆਉਂਦੇ ਆ ਕਿਹਦੇ ਤੋਂ ਪਹਿਲਾਂ ਆਉਂਦੇ ਤੁਹਾਡੇ ਕੋਲੇ ਨਾਉਨ ਤੋਂ ਪਹਿਲਾਂ ਆਉਂਦੇ ਤਾਂ ਇਹ ਚੀਜ਼ ਧਿਆਨ ਦੇ ਵਿੱਚ ਰੱਖੋਗੇ ਕਿ ਜਿੱਥੇ ਵੀ ਤੁਹਾਡੇ ਕੋਲੇ ਆਰਟੀਕਲ ਵਰਡ ਆ ਗਿਆ ਇਟ ਮੀਨਸ ਆਰਟੀਕਲ ਯੂਜ਼ ਕੀਤਾ ਜਾਊਗਾ ਤਾਂ ਉਸ ਤੋਂ ਬਾਅਦ ਜਿਹੜਾ ਤੁਹਾਡਾ ਵਰਡ ਹੋਏਗਾ ਉਹ ਕੀ ਹੋਏਗਾ ਨਾਉਨ ਹੋਏਗਾ ਤਾਂ ਨਾਉਨ ਤੋਂ ਪਹਿਲਾਂ ਜਿਹੜੇ ਵਰਡ ਆਉਂਦੇ ਆ ਉਹਨਾਂ ਨੂੰ ਕੀ ਕਿਹਾ ਜਾਂਦਾ ਹੈ ਆਰਟੀਕਲ ਕਿਹਾ ਜਾਂਦਾ ਜਿਵੇਂ ਮੈਂ a ਦਾ ਯੂਜ਼ ਕੀਤਾ ਤਾਂ ਉਸ ਤੋਂ ਬਾਅਦ ਸਾਡੇ ਕੋਲ ਕੀ ਵਰਡ ਆਏਗਾ ਨਾਉਨ ਵਰਡ ਆਏਗਾ ਜਿਵੇਂ ਮੈਂ ਕਹਾਂ ਅ ਬॉय ਅ ਗਰਲ ਤਾਂ ਇਹ ਕੀ ਆ ਗਿਆ ਤੁਹਾਡੇ ਕੋਲੇ ਅ ਆਰਟੀਕਲ ਹੈ ਦੈਨ ਤੁਸੀਂ ਯੂਜ਼ ਕੀਤਾ ਇੱਕ ਨਾਉਨ ਦਾ ਸਿਮਿਲਰਲੀ ਤੁਸੀਂ ਐਨ ਦਾ ਯੂਜ਼ ਕਰੋਗੇ ਐਨ ਆ ਆਪਾਂ ਬਾਂਹ ਵਾਸਤੇ ਯੂਜ਼ ਕੀਤਾ ਤੇ ਐਨ ਵਰਡ ਤੁਹਾਡੇ ਕੋਲ ਕੀ ਆ ਗਿਆ ਆਰਟੀਕਲ ਆ ਗਿਆ ਤੇ ਆਮ ਕੀ ਹੈ ਇੱਕ ਤੁਹਾਡੇ ਕੋਲੇ ਆਰਟੀਕਲ ਵਰਡ ਹੈ ਨਾਉਨ ਹੈ ਨੈਕਸਟ ਤੁਸੀਂ ਚੈੱਕ ਕਰੋਗੇ ਦਾ ਯੂਜ਼ ਜਿਵੇਂ ਦਾ ਤਾਜ ਮਹਿਲ ਦਾ ਤਾਜ ਮਹਿਲ
तो हम ताजमहल की है ਤੁਹਾਡੇ ਕੋਲੇ ਅਗੇਨ ਇੱਕ ਨਾउन ਹੈ ਨਾਮ ਹੈ ਕਿਸੇ ਚੀਜ਼ ਦਾ ਸੋ ਅੱਗੇ ਤੁਸੀਂ ਆਰਟੀਕਲ ਯੂਜ਼ ਕੀਤਾ ਦਾ ਸੋ ਇਸ ਤਰੀਕੇ ਨਾਲ ਤੁਹਾਡੇ ਕੋਲੇ ਜਿੱਥੇ ਵੀ ਆਰਟੀਕਲ ਆਇਆ ਉਸ ਤੋਂ ਨੈਕਸਟ ਵਰਡ ਹੋਏਗਾ ਜਿਹੜਾ ਤੁਹਾਡਾ ਉਹ ਨਾउन ਕੈਟਾਗਰੀ ਦਾ ਹੋਏਗਾ ਨਾउन ਹੈ ਜਿਹੜਾ ਤੁਸੀਂ ਉਹਦੇ ਵਾਸਤੇ ਹੀ ਯੂਜ਼ ਕਰਦੇ ਹੋ ਆਰਟੀਕਲਸ ਸੋ ਆਰਟੀਕਲਸ ਬੇਸਿਕਲੀ ਪ੍ਰੋਸੀਡ ਨਾउन्स ਐਂਡ ਇੰਡੀਕੇਟ ਵੈਦਰ ਦ ਨਾउन ਇਜ਼ ਸਪੈਸੀਫਿਕ ਔਰ ਜਨਰਲ ਸੋ ਤੁਸੀਂ ਜਿਹੜਾ ਹੈਗਾ ਆਰਟੀਕਲਸ ਦੇ ਨਾਲ ਜਿਹੜਾ ਇਹ ਚੀਜ਼ ਵੀ ਪਤਾ ਕਰ ਸਕਦੇ ਹੋ ਕਿ ਜਿਹੜਾ ਨਾउन ਤੁਸੀਂ ਯੂਜ਼ ਕਰ ਰਹੇ ਹੋ ਕਿ ਉਹ ਸਪੈਸੀਫਿਕ ਨਾउन ਹੈ ਜਾਂ ਫਿਰ ਜਨਰਲ ਨਾउन ਹੈ ਮਤਲਬ ਤੁਸੀਂ ਕਾਮਨ ਨਾउन ਵਾਸਤੇ ਆਰਟੀਕਲ ਯੂਜ਼ ਕੀਤਾ ਹੈ ਜਾਂ ਫਿਰ ਪ੍ਰੋਪਰ ਨਾउन ਵਾਸਤੇ ਯੂਜ਼ ਕੀਤਾ ਹੈ ਤਾਂ ਇਹ ਐਂਡ ਦਾ ਯੂਜ਼ ਬੇਸਿਕਲੀ ਜਨਰਲ ਫਾਰਮ ਦੇ ਲਈ ਕੀਤਾ ਜਾਂਦਾ ਹੈ ਜੇ ਤੁਹਾਡੇ ਕੋਲ ਕੋਈ ਨਾउन ਜਨਰਲ ਫਾਰਮ ਦੇ ਵਿੱਚ ਯੂਜ਼ ਕੀਤਾ ਜਾ ਰਿਹਾ ਹੈ ਤਾਂ ਤੁਸੀਂ ਯੂਜ਼ ਕਰਦੇ ਹੋ ਇਹ ਐਂਡ ਦਾ ਤੇ ਸਪੈਸੀਫਿਕ ਫਾਰਮ ਦੇ ਲਈ ਤੁਹਾਡੇ ਕੋਲ ਇੱਕ ਆਰਟੀਕਲ ਹੈ ਦੈਟ ਇਜ਼ ਦਾ ਦਾ ਯੂਜ਼ ਕੀਤਾ ਜਾਂਦਾ ਜਦੋਂ ਤੁਸੀਂ ਸਪੈਸੀਫਿਕ ਇਸ ਨਾउन ਦੇ ਬਾਰੇ ਦੱਸ ਰਹੇ ਹੋ ਤੇ ਇਹ ਐਂਡ ਦਾ ਯੂਜ਼ ਕੀਤਾ ਜਾਂਦਾ ਜਦੋਂ ਕਿਸੇ ਜਨਰਲ ਆਰਟੀਕਲ ਦੀ ਗੱਲ ਕੀਤੀ ਜਨਰਲ ਨਾउन ਦੀ ਗੱਲ ਕੀਤੀ ਜਾ ਰਹੀ ਹੋਵੇ ਆਪਾਂ ਦੇਖਾਂਗੇ ਇਹਦੀਆਂ ਡੈਫੀਨੇਸ਼ਨ ਤੋਂ ਇਲਾਵਾ ਬਹੁਤ ਸਾਰੀਆਂ ਐਗਜ਼ਾਮਪਲਸ ਨੇ ਤੁਹਾਡੀਆਂ ਜਿਹੜੀਆਂ ਆਰਟੀਕਲਸ ਦੇ ਵਿੱਚ ਆਪਾਂ ਡਿਸਕਸ ਕਰਾਂਗੇ ਵਨ ਬਾਏ ਵਨ ਹੈ ਜਿਹੜਾ ਇਹਨਾਂ ਦਾ ਯੂਜ਼ਸ ਦੇਖਾਂਗੇ ਹਾਂਜੀ ਨੈਕਸਟ ਚੈੱਕ ਕਰੋ ਅਗੇਨ ਤੁਹਾਡੇ ਕੋਲ ਇੱਕ ਡੈਫੀਨੇਸ਼ਨ ਹੋਰ ਲਿਖੀ ਹੋਈ ਹੈ ਈਜ਼ੀ ਵੇ ਦੇ ਵਿੱਚ ਕਿ ਐਨ ਆਰਟੀਕਲ ਇਜ਼ ਅ ਵਰਡ ਦੈਟ ਕਮਸ ਬਿਫੋਰ অর ਨਾउन ਆਪਣੇ ਕੋਲੇ ਕੀ ਆ ਆਰਟੀਕਲ ਇਹੋ ਜਿਹੇ ਵਰਡ ਨੇ ਜਿਹੜੇ ਕਿ ਕਿੱਥੇ ਆਉਂਦੇ ਆ ਬਿਫੋਰ ਔਰ ਨਾउन ਤੋਂ ਪਹਿਲਾਂ ਯੂਜ਼ ਕੀਤੇ ਜਾਂਦੇ ਆ ਸੈਕੰਡ ਇਜ਼ ਆਰਟੀਕਲਸ ਆਰ ਯੂਜ਼ਡ ਟੂ ਪੁਆਇੰਟ ਆਊਟ ਦਾ ਪੀਪਲ ਔਰ ਥਿੰਗਸ ਤਾਂ ਇਹ ਕਿਹਨੂੰ ਪੁਆਇੰਟ ਆਊਟ ਕਰਨ ਲਈ ਯੂਜ਼ ਕੀਤੇ ਜਾਂਦੇ ਆ ਕਿਸ ਚੀਜ਼ ਦੇ ਲਈ ਯੂਜ਼ ਕੀਤੇ ਜਾਂਦੇ ਆ ਪੀਪਲ ਦੇ ਲਈ ਜਾਂ ਫਿਰ ਥਿੰਗਸ ਦੇ ਲਈ ਅਗੇਨ ਤੁਸੀਂ ਯੂਜ਼ ਕਰਦੇ ਹੋ ਜਿਹੜੇ ਪੀਪਲ ਨੇ ਜਾਂ ਥਿੰਗਸ ਨੇ ਉਹ ਕੀ ਨੇ ਤੁਹਾਡੇ ਕੋਲੇ ਨਾउन ਨੇ ਸੋ ਨਾउन ਨੂੰ ਪੁਆਇੰਟ ਆਊਟ ਕਰਨ ਦੇ ਲਈ ਤੁਸੀਂ ਆਰਟੀਕਲਸ ਦਾ ਯੂਜ਼ ਜਿਹੜਾ ਉਹ ਕਰ ਰਹੇ ਹੋ ਆਈ ਹੋਪ ਤੁਹਾਨੂੰ ਡੈਫੀਨੇਸ਼ਨ ਕਲੀਅਰ ਹੋ ਗਈ ਕਿ ਆਰਟੀਕਲਸ ਹੁੰਦੇ ਕੀ ਹੈ ਆਰਟੀਕਲਸ ਆਰ ਵਰਡਸ a and or the that precede noun and indicate whether the noun is specific or general ਤਾਂ ਇਹ ਚੀਜ਼ ਹੈ ਜਿਹੜੀ ਤੁਸੀਂ ਧਿਆਨ ਦੇ ਵਿੱਚ ਰੱਖਣੀ ਹੈ ਸੈਕੰਡ ਮੋਸਟ ਇੰਪੋਰਟੈਂਟ ਥਿੰਗ ਕਿ ਆਰਟੀਕਲ ਜਿੱਥੇ ਵੀ ਯੂਜ਼ ਹੋਗਾ ਉਸ ਤੋਂ ਬਾਅਦ ਤੁਹਾਡੇ ਕੋਲ ਕੀ ਆਏਗਾ ਨਾउन ਦਾ ਯੂਜ਼ ਕੀਤਾ ਜਾਏਗਾ ਹਾਂਜੀ ਤਾਂ ਐਗਜ਼ਾਮਪਲਸ ਚੈੱਕ ਕਰੋ ਆਪਣੇ ਕੋਲੇ ਦੋ ਐਗਜ਼ਾਮਪਲਸ ਲਿਖੀਆਂ ਹੋਈਆਂ ਫਰਸਟ ਐਗਜ਼ਾਮਪਲ ਹੈ ਹੀ ਇਜ਼ ਅ ਗੁੱਡ ਬॉय ਐਂਡ ਦ ਸੈਕੰਡ ਐਗਜ਼ਾਮਪਲ ਹੈ ਹੀ ਇਜ਼ ਗੁੱਡ ਤਾਂ ਚੈੱਕ ਕਰੋ ਆਰਟੀਕਲ ਯੂਜ਼ ਕੀਤਾ ਹੋਇਆ ਫਰਸਟ ਐਗਜ਼ਾਮਪਲ ਦੇ ਵਿੱਚ ਆਪਾਂ ਆਰਟੀਕਲ ਯੂਜ਼ ਕੀਤਾ ਆਰਟੀਕਲ ਤੋਂ ਬਾਅਦ ਆਪਾਂ ਇੱਕ ਐਡਜੈਕਟਿਵ ਯੂਜ਼ ਕੀਤਾ ਦੈਨ ਆਪਾਂ ਯੂਜ਼ ਕੀਤਾ ਨਾउन ਤਾਂ ਤੁਸੀਂ ਚੈੱਕ ਕਰੋਗੇ ਕਿ ਨਾउन ਯੂਜ਼ ਕੀਤਾ ਜਾ ਰਿਹਾ ਇਸੇ ਕਰਕੇ ਆਪਣੇ ਕੋਲੇ ਆਰਟੀਕਲ ਯੂਜ਼ ਹੋਇਆ ਬਿਕਾਜ਼ ਉਹ ਬॉय ਹੈ ਜਿਹੜਾ ਤੁਹਾਡੇ ਕੋਲੇ ਇੱਥੇ ਨਾउन ਦੇ ਲਈ ਯੂਜ਼ ਕੀਤਾ ਹੋਇਆ ਉਹ ਜਿਹੜਾ ਆਰਟੀਕਲ ਹੈ ਤੁਹਾਡੇ ਕੋਲੇ ਇੱਥੇ ਬॉय ਦੇ ਲਈ ਯੂਜ਼ ਕੀਤਾ ਹੋਇਆ ਬॉय ਨਾउन ਹੈ ਤੇ ਗੁੱਡ ਕੀ ਹੈ ਤੁਹਾਡੇ ਕੋਲੇ ਇੱਥੇ ਐਡਜੈਕਟਿਵ ਹੈ ਇਹ ਤੁਹਾਡਾ ਕੀ ਆ ਗਿਆ ਨਾ ਆਰਟੀਕਲ ਆ ਗਿਆ ਜੋ ਸੇਮ ਤੁਸੀਂ ਕਹਿ ਸਕਦੇ ਹੋ ਕਿ ਡਿਟਰਮੀਨਰ ਹਾਂਜੀ ਹੀ ਇਜ਼ ਅ ਗੁੱਡ ਬॉय ਅਗੇਨ ਤੁਸੀਂ ਆਰਟੀਕਲ ਦਾ ਯੂਜ਼ ਕੀਤਾ ਕਦ ਲਈ ਯੂਜ਼ ਕੀਤਾ ਨਾउन ਦੇ ਲਈ ਯੂਜ਼ ਕੀਤਾ ਸੈਕੰਡ ਐਗਜ਼ਾਮਪਲ ਚੈੱਕ ਕਰੋਗੇ ਹੀ ਇਜ਼ ਗੁੱਡ ਹੁਣ ਇੱਥੇ ਕੋਈ ਵੀ ਨਾउन ਨਹੀਂ ਹੈ ਜਿਵੇਂ ਆਪਣੇ ਕੋਲ ਉੱਪਰਲੇ ਵਿੱਚ ਸੀਗਾ ਹੀ ਇਜ਼ ਅ ਗੁੱਡ ਬॉय ਹੀ ਇਜ਼ ਅ ਗੁੱਡ ਬॉय ਦੀ ਥਾਂ ਤੇ ਆਪਾਂ ਅ ਗੁੱਡ ਬॉय ਯੂਜ਼ ਕੀਤਾ ਬਿਕਾਜ਼ ਆਪਣੇ ਕੋਲੇ ਬॉय ਸੀ ਜਿਹੜਾ ਹੁਣ ਨਾउन ਸੀ ਤੇ ਨਾउन ਨੂੰ ਇੰਡੀਕੇਟ ਕਰਨ ਦੇ ਲਈ ਆਪਾਂ ਯੂਜ਼ ਕਰ ਲਿਆ ਆਰਟੀਕਲ ਦਾ ਯੂਜ਼ ਕਰ ਲਿਆ ਸੈਕੰਡ ਸੈਂਟੈਂਸ ਵਿੱਚ ਤੁਹਾਡੇ ਕੋਲੇ ਕੋਈ ਨਾउन ਨਹੀਂ ਹੈ ਹੀ ਪਰ ਨਾउन ਹੈ ਇਸ ਤੁਹਾਡੇ ਕੋਲੇ verb ਹੈ ਤੇ ਗੁੱਡ ਤੁਹਾਡਾ ਕੋਈ ਐਡਜੈਕਟਿਵ ਹੈ ਸੋ ਹੀ ਇਜ਼ ਗੁੱਡ ਅਗੇਨ ਤੁਹਾਡੇ ਕੋਲੇ ਇੱਥੇ ਕੋਈ ਨਾउन ਨਹੀਂ ਹੈ ਨਾउन ਨਹੀਂ ਹੈਗਾ ਤਾਂ ਤੁਹਾਡੇ ਕੋਲੇ ਤੁਸੀਂ ਭੁੱਲ ਜਾਓ ਕਿ ਤੁਸੀਂ ਕਿਸੇ ਆਰਟੀਕਲ ਦਾ ਯੂਜ਼ ਕਰੋਗੇ ਸੋ ਆਰਟੀਕਲ ਦਾ ਯੂਜ਼ ਹੋਏਗਾ ਜਿੱਥੇ ਤੁਹਾਡੇ ਕੋਲੇ ਨਾउन ਹੈ ਜੇ ਨਾउन ਹੀ ਪ੍ਰੈਜ਼ੈਂਟ ਨਹੀਂ ਤਾਂ ਫਿਰ ਆਰਟੀਕਲ ਦਾ ਯੂਜ਼ ਹੈ ਜਿਹੜਾ ਤੁਸੀਂ ਨਹੀਂ ਕਰੋਗੇ ਹਾਂਜੀ ਤਾਂ ਇਹ ਸੀ ਆਰਟੀਕਲ ਦੀ ਡੈਫੀਨੇਸ਼ਨ ਵਿਦ ਐਗਜ਼ਾਮਪਲਸ ਹੁਣ ਆਪਾਂ ਡਿਸਕਸ ਕਰਾਂਗੇ ਆਰਟੀਕਲ ਦੀਆਂ ਟਾਈਪਸ ਤਾਂ ਹੁਣ ਆਰਟੀਕਲ ਦੋ ਟਾਈਪਸ ਦਾ ਹੁੰਦਾ ਹੈ ਹਾਂਜੀ ਫਰਸਟ ਟਾਈਪ ਹੈ ਤੁਹਾਡੇ ਕੋਲੇ ਡੈਫੀਨਿਟ ਆਰਟੀਕਲ ਐਂਡ ਦ ਸੈਕੰਡ ਟਾਈਪ ਇਜ਼ ਇਨਡੈਫੀਨਿਟ ਆਰਟੀਕਲ ਡੈਫੀਨਿਟ ਇਨਡੈਫੀਨਿਟ ਤੁਹਾਡੇ ਕੋਲੇ ਦੋ ਟਾਈਪਸ ਨੇ ਆਰਟੀਕਲ ਦੀਆਂ ਡੈਫੀਨਿਟ ਆਰਟੀਕਲ ਕਿਹੜਾ ਹੁੰਦਾ ਹੈ ਤੇ ਇਨਡੈਫੀਨਿਟ ਆਰਟੀਕਲ ਕਿਹੜਾ ਹੁੰਦਾ ਹੈ ਸਭ ਤੋਂ ਪਹਿਲਾਂ ਤੁਸੀਂ ਇਹ ਚੀਜ਼ ਚੈੱਕ ਕਰੋਗੇ ਤਾਂ ਡੈਫੀਨਿਟ ਦਾ ਮਤਲਬ ਹੈ ਜਿਹੜੀ ਚੀਜ਼ ਤੁਹਾਨੂੰ ਪਤਾ ਹੈ ਸੋ ਕਿਸੇ ਚੀਜ਼ ਬਾਰੇ ਤੁਸੀਂ ਜਾਣਦੇ ਹੋ ਤਾਂ ਤੁਸੀਂ ਆਰਟੀਕਲ ਯੂਜ਼ ਕਰੋਗੇ ਆਰਟੀਕਲ ਦਾ ਯੂਜ਼ ਕੀਤਾ ਜਾਂਦਾ ਹੈ ਡੈਫੀਨਿਟ ਫਾਰਮ ਦੇ ਲਈ ਡੈਫੀਨਿਟ ਆਰਟੀਕਲ ਹੈ ਤੁਹਾਡੇ ਕੋਲੇ ਵਰਡ ਦਾ ਇਨਡੈਫੀਨਿਟ ਦਾ ਮਤਲਬ ਜਿਹੜੀ ਚੀਜ਼ ਬਾਰੇ ਤੁਸੀਂ ਇੰਨਾ ਜ਼ਿਆਦਾ ਨਹੀਂ ਜਾਣਦੇ ਅਣਜਾਣ ਜਾਂ ਫਿਰ ਤੁਸੀਂ ਜਨਰਲ ਜੀ ਕਿਸੇ ਚੀਜ਼ ਦਾ ਗੱਲ ਕਰ ਰਹੇ ਹੋ ਤਾਂ ਤੁਸੀਂ ਕਹਿ ਸਕਦੇ ਹੋ ਇਨਡੈਫੀਨਿਟ ਹੈ ਤਾਂ ਇਹਦੇ ਵਾਸਤੇ ਤੁਹਾਡੇ ਕੋਲੇ ਦੋ ਵਰਡ ਆਉਂਦੇ ਜੀ a ਐਂਡ and the a and an are indefinite article and the word the is a definite article ਤਾਂ ਇਹ ਚੀਜ਼ ਧਿਆਨ ਦੇ ਵਿੱਚ ਰੱਖਣੀ ਹੈ ਕਿ definite article ਕਿਹੜਾ ਹੈ ਤੇ indefinite article ਕਿਹੜਾ ਹੈ ਦਾ ਯੂਜ਼ ਆਪਾਂ ਕਿੱਥੇ ਕਰਾਂਗੇ ਤੇ a and ਦਾ ਯੂਜ਼ ਕਿੱਥੇ ਕਰਾਂਗੇ ਹੁਣ one by one ਉਹਨਾਂ ਨੂੰ ਡਿਸਕਸ ਕਰਨ ਜਾ ਰਹੇ ਹਾਂ ਹਾਂਜੀ ਤਾਂ ਡੈਫੀਨੇਸ਼ਨ ਹੋ ਗਈ ਆਪਣੀ ਤਾਂ ਟਾਈਪਸ ਆਫ ਆਰਟੀਕਲ ਜਿਹੜੀਆਂ ਆਪਾਂ ਡਿਸਕਸ ਕਰ ਚੁੱਕੇ ਹਾਂ ਨੈਕਸਟ ਦੇਖੋ ਡੈਫੀਨਿਟ ਆਰਟੀਕਲ ਤੇ ਇੰਡੈਫੀਨਿਟ ਆਰਟੀਕਲ ਦੇ ਵਿੱਚ ਡਿਫਰੈਂਸ ਕੀ ਹੈ ਤੇ ਕਿੱਥੇ ਹੈ ਜਿਹੜਾ ਤੁਸੀਂ ਇਹਨਾਂ ਨੂੰ ਯੂਜ਼ ਕਰੋਗੇ ਤੇ ਬੇਸਿਕ ਇੱਕ ਤਰੀਕੇ ਦਾ ਬੇਸਿਕ ਜਿਹੜਾ ਡੈਫੀਨੇਸ਼ਨ ਹੈ ਜਾਂ ਬੇਸਿਕ ਇਹਨਾਂ ਦੀ ਫਾਰਮ ਹੈ ਕਿੱਥੇ ਯੂਜ਼ ਕੀਤਾ ਜਾਂਦਾ ਹੈ ਰੂਲਸ ਹੈ ਜਿਹੜੇ ਆਪਾਂ 1 ਬਾਈ 1 ਕਲਾਸਿਸ ਦੇ ਵਿੱਚ ਡਿਸਕਸ ਕਰਾਂਗੇ ਬਿਕਾਜ਼ ਮੈਂ ਤੁਹਾਨੂੰ ਪਹਿਲੇ ਹੀ ਦੱਸ ਦਿੱਤਾ ਕਿ ਆਰਟੀਕਲ ਦਾ ਟੌਪਿਕ ਬਹੁਤ ਜ਼ਿਆਦਾ ਵਾਸਟ ਹੈ ਯੂਜ਼ ਕੀਤਾ ਜਾਂਦਾ ਹੈ ਬਹੁਤ ਥਾਵਾਂ ਤੇ ਤੁਸੀਂ ਏ ਐਨ ਦਾ ਯੂਜ਼ ਕਰਦੇ ਹੋ ਦਾ ਯੂਜ਼ ਕਰਦੇ ਹੋ ਕਿੱਥੇ ਯੂਜ਼ ਹੋਊਗਾ ਉਹ 1 ਬਾਈ 1 ਆਪਾਂ ਇਸ ਦੇ ਵਿੱਚ ਡਿਸਕਸ ਕਰਾਂਗੇ ਸਭ ਤੋਂ ਪਹਿਲਾਂ ਚੈੱਕ ਕਰੋ ਕਿ ਆਪਾਂ ਤੁਹਾਨੂੰ ਦੱਸ ਹੀ ਦਿੱਤਾ ਕਿ ਆਰਟੀਕਲ ਦੋ ਟਾਈਪ ਦਾ ਹੈ ਡੈਫੀਨਿਟ ਤੇ ਇਨਡੈਫੀਨਿਟ ਡੈਫੀਨਿਟ ਦੇ ਵਿੱਚ ਤੁਹਾਡੇ ਕੋਲ ਆਰਟੀਕਲ ਆ ਜਾਂਦਾ ਦਾ ਇਨਡੈਫੀਨਿਟ ਦੇ ਵਿੱਚ ਤੁਸੀਂ ਯੂਜ਼ ਕਰਦੇ ਹੋ ਇਹ ਔਰ ਐਂਡ ਦਾ ਚੈੱਕ ਕਰੋ ਜੀ ਦਾ ਯੂਜ਼ ਕਿੱਥੇ ਕੀਤਾ ਜਾਏਗਾ ਕੈਨ ਕਮ ਵਿਦ ਕਾਊਂਟੇਬਲ ਐਜ਼ ਵੈਲ ਐਜ਼ ਅਨਕਾਊਂਟੇਬਲ ਨਾਉਨ ਹੁਣ ਕਾਊਂਟੇਬਲ ਦਾ ਮਤਲਬ ਹੁੰਦਾ ਜਿਨ੍ਹਾਂ ਨੂੰ ਤੁਸੀਂ ਗਿਣ ਸਕਦੇ ਹੋ ਗਿਣਨ ਜੋ ਜਿਹੜੀਆਂ ਚੀਜ਼ਾਂ ਗਿਣੀਆਂ ਜਾ ਸਕਦੀਆਂ ਤੁਹਾਡੇ ਕੋਲੇ ਕਾਊਂਟੇਬਲ ਨੇ ਐਜ਼ ਵੈਲ ਐਜ਼ ਅਨਕਾਊਂਟੇਬਲ ਨਾਉਂਸ ਅਨਕਾਊਂਟੇਬਲ ਕਿਹੜੀਆਂ ਆ ਜਾਣਗੀਆਂ ਜਿਨ੍ਹਾਂ ਨੂੰ ਤੁਸੀਂ ਨਹੀਂ ਗਿਣ ਸਕਦੇ ਨਾ ਗਿਣਨ ਜੋ ਨਾ ਗਿਣਨ
जो फॉर एग्जांपल जिवें मैं तुहानू कहा बुक्स, ਤਾਂ बुक्स की ने काउंटेबल ने 1 बुक 2 बुक्स 3 बुक्स 4 बुक्स ਤੁਸੀਂ ਇਸ ਤਰੀਕੇ ਨਾਲ ਯੂਜ਼ ਕਰ ਸਕਦੇ ਹੋ। ਸਿਮਿਲਰਲੀ ਤੁਹਾਡੇ ਕੋਲੇ ਪੈਨ 1 ਪੈਨ 2 ਪੈਨਸ 3 ਪੈਨਸ 4 ਪੈਨਸ ਤੁਸੀਂ ਕਾਊਂਟ ਕਰ ਸਕਦੇ ਹੋ। ਤੇ ਅਨਕਾਊਂਟੇਬਲ ਦੇ ਵਿੱਚ ਤੁਹਾਡੇ ਕੋਲੇ ਕੀ ਆ ਜਾਏਗਾ ਜਿਵੇਂ ਐਡਵਾਈਸ ਇਜ਼ ਐਨ ਅਨਕਾਊਂਟੇਬਲ ਨਾउन, ਫਰਨੀਚਰ ਅਗੇਨ ਇਜ਼ ਐਨ ਅਨਕਾਊਂਟੇਬਲ ਨਾउन, ਇਨਫੋਰਮੇਸ਼ਨ ਇਜ਼ ਐਨ ਅਨਕਾਊਂਟੇਬਲ ਨਾउन। ਸੋ ਅਨਕਾਊਂਟੇਬਲ ਜਿਨ੍ਹਾਂ ਨੂੰ ਤੁਸੀਂ ਗਿਣਦੇ ਨਹੀਂ ਹੈਗੇ ਜਾਂ ਤੁਸੀਂ ਵਾਟਰ ਵਗੈਰਾ ਯੂਜ਼ ਕਰ ਸਕਦੇ ਹੋ, ਵਾਟਰ ਹੋ ਗਿਆ, ਆਇਲ ਹੋ ਗਿਆ, ਇਹ ਵੀ ਕੀ ਨੇ ਤੁਹਾਡੇ ਕੋਲੇ ਅਨਕਾਊਂਟੇਬਲ ਨਾउन्स ਨੇ ਜਿਨ੍ਹਾਂ ਨੂੰ ਗਿਣ ਸਕਦੇ ਹੋ। ਉਹਨਾਂ ਦੇ ਨਾਲ ਵੀ ਤੁਹਾਡੇ ਕੋਲੇ ਆਰਟੀਕਲ ਦਾ ਯੂਜ਼ ਹੋ ਸਕਦਾ ਤੇ ਅਨਕਾਊਂਟੇਬਲ ਨਾउन ਦੇ ਨਾਲ ਵੀ ਤੁਸੀਂ ਆਰਟੀਕਲ ਦਾ ਯੂਜ਼ ਹੈ ਜਿਹੜਾ ਉਹ ਕਰ ਸਕਦੇ ਹੋ। ਕਾਊਂਟੇਬਲ ਤੁਹਾਡੇ ਕੋਲੇ ਸਿੰਗੂਲਰ ਕਾਊਂਟੇਬਲ ਨਾउन ਵੀ ਹੋ ਸਕਦਾ ਹੈ ਤੇ ਤੁਹਾਡੇ ਕੋਲੇ ਪਲੂਰਲ ਕਾਊਂਟੇਬਲ ਨਾउन ਵੀ ਜਿਹੜਾ ਉਹ ਹੋ ਸਕਦਾ ਹੈ। ਅਨਕਾਊਂਟੇਬਲ ਤੁਹਾਡੇ ਕੋਲੇ ਨਾ ਗਿਣੇ ਜੋ ਚੀਜ਼ਾਂ। ਹਾਂਜੀ, ਤਾਂ ਨੈਕਸਟ ਤੁਹਾਡੇ ਕੋਲੇ ਇਹ ਆਂਦਾ ਯੂਜ਼ ਤਾਂ ਡੂ ਨਾਟ ਕਾਊਂਟ ਵਿਦ ਪਲੂਰਲ ਕਾਊਂਟੇਬਲ ਨਾउन। ਤਾਂ ਆਪਣੇ ਕੋਲੇ ਪਹਿਲੀ ਜਿਹੜੀ ਲਿਖੀ ਹੋਈ टाइप है की लिखा हुआ है कि डू नॉट काउंट विद प्लूरल काउंटेबल नाउन्स एंड द सेकंड ਤੁਹਾਡੇ ਕੋਲੇ ਯੂਜ਼ ਕੀਤਾ ਅਨਕਾਊਂਟੇਬਲ ਨਾउन्स। ਇਹ ਐਂਡ ਦਾ ਯੂਜ਼ ਕਦੇ ਵੀ ਪਲੂਰਲ ਕਾਊਂਟੇਬਲ ਨਾउन्स ਦੇ ਨਾਲ ਨਹੀਂ ਹੋਏਗਾ। ਸੈਕੰਡ ਤੁਸੀਂ ਕਦੇ ਵੀ ਅਨਕਾਊਂਟੇਬਲ ਨਾउन ਦੇ ਨਾਲ ਜਿਹੜਾ ਇਹ ਐਂਡ ਦਾ ਯੂਜ਼ ਨਹੀਂ ਕਰੋਗੇ। ਸੋ ਪਲੂਰਲ ਜਿਵੇਂ ਆਪਾਂ ਕਹਿ ਦਿੰਦੇ ਆ ਬੁక్స్, नो अ बुक्स जिवें ਆਪਾਂ ਲਿਖੀਏ ਫਰੇਜ਼ ਦੇਖੋ ਜਿਵੇਂ ਲਿਖਿਆ ਆਪਾਂ ਅ बुक्स ਕੀ ਸਹੀ ਹੈ ਨਹੀਂ ਹੈਗਾ ਸਹੀ ਬਿਕੋਜ਼ ਉਹ ਹੈਗਾ ਜਿਹੜਾ ਤੁਹਾਡੇ ਕੋਲ ਇਹ ਡਿਫਾਈਨ ਕਰਦਾ ਹੈ ਸਿੰਗੂਲਰ ਕਾਊਂਟੇਬਲ ਨਾउन ਦੇ ਲਈ ਯੂਜ਼ ਕੀਤਾ ਜਾਂਦਾ ਪਲੂਰਲ ਦੇ ਵਾਸਤੇ ਤੁਸੀਂ ਯੂਜ਼ ਨਹੀਂ ਕਰ ਸਕਦੇ। ਸੋ ਤੁਸੀਂ ਜੇ ਅ ਬੁੱਕ ਲਿਖੋ ਤਾਂ ਉਹ ਸਹੀ ਹੋਏਗਾ। ਸਿੰਗੂਲਰ ਕਾਊਂਟੇਬਲ ਨਾउन ਦੇ ਨਾਲ ਆਰਟੀਕਲ ਏ ਯੂਜ਼ ਕੀਤਾ ਜਾ ਸਕਦਾ ਹੈ ਬਟ ਪਲੂਰਲ ਕਾਊਂਟੇਬਲ ਨਾउन ਦੇ ਨਾਲ ਆਰਟੀਕਲ ਏ ਦਾ ਯੂਜ਼ ਨਹੀਂ ਹੁੰਦਾ। ਸਿਮਿਲਰਲੀ ਜਿਵੇਂ ਕਹਾ ਐਨ ਐਡਵਾइस, ਐਨ ਐਡਵਾइस ਚੈੱਕ ਕਰੋਗੇ ਐਡਵਾइस ਇਹ ਤੁਹਾਡੇ ਕੋਲ ਇੱਕ ਅਨਕਾਊਂਟੇਬਲ ਨਾउन ਹੈ ਤੇ ਉਹਦੇ ਨਾਲ ਆਰਟੀਕਲ ਦਾ ਯੂਜ਼ ਕੀਤਾ ਨਹੀਂ ਜਾਏਗਾ। ਐਡਵਾइस ਦੇ ਨਾਲ ਐਨ ਦਾ ਯੂਜ਼ ਨਹੀਂ ਹੋਏਗਾ ਬਿਕੋਜ਼ ਏ ਐਂਡ ਐਨ ਆਰ ਨਾਟ ਯੂਜ਼ਡ ਵਿਦ ਪਲੂਰਲ ਕਾਊਂਟੇਬਲ ਨਾउन्स ਔਰ ਅਨਕਾਊਂਟੇਬਲ ਨਾउन्स। ਸੋ ਇਹ ਚੀਜ਼ ਜਿਹੜੀ ਤੁਸੀਂ ਧਿਆਨ ਦੇ ਵਿੱਚ ਰੱਖਣੀ ਹੈ ਜਦੋਂ ਆਪਾਂ ਨਾउन ਦਾ ਟੌਪਿਕ ਕੀਤਾ ਜੀ ਤੁਹਾਨੂੰ ਉੱਥੇ ਵੀ ਇਹ ਚੀਜ਼ ਕਲੀਅਰ ਕੀਤੀ ਗਈ ਸੀ ਕਿ ਅਨਕਾਊਂਟੇਬਲ ਦੇ ਨਾउन ਅਨਕਾਊਂਟੇਬਲ ਨਾउन ਹੈ ਭਾਵੇਂ ਤੁਹਾਡੇ ਕੋਲ ਪਲੂਰਲ ਕਾਊਂਟੇਬਲ ਨਾउन ਹੈ ਤਾਂ ਉਹਨਾਂ ਦੇ ਨਾਲ ਏ ਔਰ ਐਨ ਦਾ ਯੂਜ਼ ਹੈ ਜਿਹੜਾ ਤੁਸੀਂ ਨਹੀਂ ਲੈ ਕੇ ਚੱਲੋਗੇ ਬਟ ਸਿੰਗੂਲਰ ਕਾਊਂਟੇਬਲ ਨਾउन ਦੇ ਨਾਲ ਜਿਹੜਾ ਇਹਨਾਂ ਦਾ ਯੂਜ਼ ਹੈ ਉਹ ਕੀਤਾ ਜਾ ਸਕਦਾ। ਫॉर एग्जांपल ਜਿਵੇਂ ਆਪਾਂ ਐਨ ਐਡਵਾइस ਯੂਜ਼ ਨਹੀਂ ਕਰਦੇ ਬਟ ਐਨ ਆਰ ਦਾ ਤਾਂ ਯੂਜ਼ ਕੀਤਾ ਜਾ ਸਕਦਾ। ਆਰਸ ਨੂੰ ਤਾਂ ਆਪਾਂ ਕਾਊਂਟ ਕਰ ਸਕਦੇ ਹਾਂ। ਹੁਣ ਇੱਥੇ ਆਰ ਵਰਡ ਯੂਜ਼ ਕੀਤਾ ਸਿੰਗੂਲਰ ਕਾਊਂਟੇਬਲ ਨਾउन ਹੈ ਸੋ ਐਨ ਦਾ ਯੂਜ਼ ਹੈ ਜਿਹੜਾ ਤੁਹਾਡੇ ਇੱਥੇ ਹੋ ਜਾਏਗਾ। ਹੁਣ ਜਿਹੜੀ ਫਰੇਜ਼ ਤੁਹਾਡੀ ਸਹੀ ਆ ਉਹ ਐਨ ਆਰ ਐਨ ਐਡਵਾइस ਨਹੀਂ ਹੋ ਸਕਦਾ ਬਿਕਾਜ਼ ਐਡਵਾइस ਕੀ ਤੁਹਾਡੇ ਕੋਲ ਅਨਕਾਊਂਟੇਬਲ ਨਾउन ਹੈ। ਤੁਸੀਂ ਯੂਜ਼ ਕਰ ਸਕਦੇ ਹੋ ਉਹ ਬੁੱਕ ਇਹ ਬੁੱਕਸ ਦਾ ਯੂਜ਼ ਨਹੀਂ ਹੋ ਸਕਦਾ ਬਿਕਾਜ਼ ਬੁੱਕਸ ਕੀ ਹੈ ਤੁਹਾਡੇ ਕੋਲ ਪਲੂਰਲ ਕਾਊਂਟੇਬਲ ਨਾउन। ਸੋ ਆਈ ਥਿੰਕ ਤੁਹਾਡਾ ਜਿਹੜਾ ਇਹ ਕਨਸੈਪਟ ਕਲੀਅਰ ਹੋਇਆ ਹੋਊਗਾ ਕਿ ਦਾ ਯੂਜ਼ ਹੈ ਤੁਸੀਂ ਕਾਊਂਟੇਬਲ ਦੇ ਨਾਲ ਵੀ ਕਰ ਸਕਦੇ ਹੋ ਤੇ ਅਨਕਾਊਂਟੇਬਲ ਦੇ ਨਾਲ ਵੀ ਕਰ ਸਕਦੇ ਹੋ ਬਟ ਇਹ ਤੇ ਐਨ ਦਾ ਯੂਜ਼ ਸਿਰਫ ਤੁਹਾਡੇ ਕੋਲੇ ਸਿੰਗੂਲਰ ਕਾਊਂਟੇਬਲ ਨਾउन्स ਦੇ ਨਾਲ ਹੁੰਦਾ ਹੈ। ਪਲੂਰਲ ਕਾਊਂਟੇਬਲ ਨਾउन ਤੇ ਅਨਕਾਊਂਟੇਬਲ ਨਾउन ਨਾਲ ਤੁਸੀਂ ਇਹ ਐਨ ਦਾ ਯੂਜ਼ ਨਹੀਂ ਕਰੋਗੇ। ਸੈਕੰਡ ਦੇਖੋ ਤੁਹਾਡੇ ਕੋਲੇ ਸੈਕੰਡ ਪੁਆਇੰਟ ਕੀ ਹੈ ਦਾ ਦੇ ਫਾਰਮ ਦੇ ਵਿੱਚ ਤੁਹਾਡੇ ਕੋਲੇ ਕੀ ਹੈ ਕਮਸ ਵਿਦ ਨਾउन्स that are definite or to describe someone or something unique or specific। ਦਾ ਯੂਜ਼ ਕੀਤਾ ਜਾਂਦਾ ਹੈ ਇਹੋ ਜਿਹੇ ਨਾउन्स ਨੂੰ ਡਿਸਕ੍ਰਾਈਬ ਕਰਨ ਵਾਸਤੇ ਜੋ ਕਿ ਡੈਫੀਨੇਟ ਨੇ ਜਾਂ ਫਿਰ ਕੋਈ ਇਹੋ ਜਿਹੀ ਚੀਜ਼ ਨੂੰ ਡਿਸਕ੍ਰਾਈਬ ਕਰਨ ਵਾਸਤੇ ਸਿੰਪਲ ਤੁਸੀਂ ਸਮਵਨ ਕਿਸੇ ਪਰਸਨ ਨੂੰ ਡਿਸਕ੍ਰਾਈਬ ਕਰ ਰਹੇ ਹੋ ਜਾਂ ਸਾਹਮਣੇ ਕਿਸੇ ਚੀਜ਼ ਨੂੰ ਡਿਸਕ੍ਰਾਈਬ ਕਰ ਰਹੇ ਹੋ ਜੋ ਕਿ ਯੂਨੀਕ ਹੈ ਜਾਂ ਫਿਰ ਆਪਾਂ ਸਿੰਪਲ ਕਹਿ ਸਕਦੇ ਹਾਂ ਸਪੈਸੀਫਿਕ ਹੈ। ਜਿਵੇਂ ਆਪਾਂ ਕਹੀਏ ਦਾ ਤਾਜ ਮਹਿਲ ਪਿੱਛੇ ਆਪਾਂ ਲਿਖਿਆ ਹੈ ਨਾ ਦਾ ਤਾਜ ਮਹਿਲ। ਹੁਣ ਤਾਜ ਮਹਿਲ ਕੀ ਇੱਕ ਸਪੈਸੀਫਿਕ ਚੀਜ਼ ਹੈ ਇੱਕ ਸਪੈਸੀਫਿਕ ਯੂਨੀਕ ਚੀਜ਼ ਹੈ ਸੋ ਇਹਦੇ ਨਾਲ ਆਪਾਂ ਆਰਟੀਕਲ ਦਾ ਯੂਜ਼ ਕੀਤਾ। ਸਿਮਿਲਰਲੀ ਕੋਈ ਡੈਫੀਨਿਟ ਚੀਜ਼ ਨੂੰ ਡਿਸਕ੍ਰਾਈਬ ਕਰਨੇ ਦਾ ਹਰਮਿੰਦਰ ਸਾਹਿਬ ਤੇ ਤੁਹਾਡੇ ਕੋਲੇ ਦਾ ਆਪਣੇ ਕੋਲੇ ਆਈਫਲ ਟਾਵਰ ਅਗੇਨ ਤੁਸੀਂ ਯੂਜ਼ ਕਰ ਸਕਦੇ ਹੋ ਆਰਟੀਕਲ ਦਾ ਜੇ ਤੁਸੀਂ ਕਿਸੇ ਡੈਫੀਨਿਟ ਚੀਜ਼ ਦੀ ਗੱਲ ਕਰ ਰਹੇ ਹੋ ਜਿਹਨੂੰ ਤੁਸੀਂ ਜਾਣਦੇ ਹੋ ਉਹਦੇ ਬਾਰੇ ਗੱਲ ਕਰ ਰਹੇ ਹੋ ਤਾਂ ਆਰਟੀਕਲ ਯੂਜ਼ ਕੀਤਾ ਜਾਂਦਾ ਹੈ ਜੀ ਦਾ ਬਟ ਜੇ ਤੁਹਾਡੇ ਕੋਲੇ ਇਨਡੈਫੀਨਿਟ ਫਾਰਮ ਹੀ ਫॉर एग्जांपल ਆਪਾਂ ਪਹਿਲਾਂ ਡਿਸਕਸ ਕਰ ਹੀ ਗਿਆ ਫਸਟ ਪੁਆਇੰਟ ਦੇ ਵਿੱਚ ਕਿ ਤੁਹਾਡੇ ਕੋਲੇ ਏ ਐਨ ਦਾ ਯੂਜ਼ ਹੋਏਗਾ ਸਿੰਗੂਲਰ ਕਾਊਂਟੇਬਲ ਨਾउन ਸੇ ਨਾ ਤਾਂ ਇਹ ਚੀਜ਼ ਜਿਹੜੀ ਤੁਸੀਂ ਧਿਆਨ ਦੇ ਵਿੱਚ ਰੱਖਣੀ ਹੈ। ਸੈਕੰਡ ਤੁਸੀਂ ਕਹਿ ਸਕਦੇ ਹੋ ਇਹੋ ਜਿਹੀ ਚੀਜ਼ ਜਿਹੜੀ ਕਿ ਤੁਹਾਡੇ ਕੋਲੇ ਸਪੈਸੀਫਿਕ ਨਹੀਂ ਹੈ ਯੂਨੀਕ ਨਹੀਂ ਹੈ ਜੋ ਬੈਲੈਂਸ ਆਪਣੇ ਕੋਲੇ ਕਹਿ ਸਕਦੇ ਕੋਈ ਚੀਜ਼ ਜਿਹੜੀ ਤੁਸੀਂ ਅਨਨੋਨ ਹੋ ਜਿਹਦੇ ਬਾਰੇ ਤੁਸੀਂ ਏ ਐਨ ਦਾ ਯੂਜ਼ ਜਿਹੜਾ ਉਹਦੇ ਨਾਲ ਕਰ ਸਕਦੇ ਹੋ। ਨੈਕਸਟ ਜਿਹੜਾ ਤੁਹਾਡੇ ਕੋਲੇ ਅਗੇਨ ਇੱਕ ਪੁਆਇੰਟ ਹੈ ਜੋ ਤੁਸੀਂ ਡੈਫੀਨਿਟ ਤੇ ਇਨਡੈਫੀਨਿਟ ਆਰਟੀਕਲ ਦੇ ਲਈ ਧਿਆਨ ਦੇ ਵਿੱਚ ਰੱਖਣਾ ਹੈ। ਕੀ ਪੁਆਇੰਟ ਹੈ ਜੀ ਤੁਹਾਡੇ ਕੋਲੇ ਚੈੱਕ ਕਰਾਂਗੇ ਕਮ ਵਿਦ ਨਾउन्स that have already been introduced। ਤਾਂ ਹੁਣ ਇੱਕ ਦਾ ਯੂਜ਼ ਕੀਤਾ ਜਾਏਗਾ ਇਹੋ ਜਿਹੇ ਨਾउन्स ਦੇ ਨਾਲ ਜਿਨ੍ਹਾਂ ਨੂੰ ਤੁਸੀਂ ਪਹਿਲਾਂ ਇੰਟਰੋਡਿਊਸ ਕਰਵਾ ਸਕਦੇ ਕੋਈ ਪਹਿਲਾਂ ਜਿਹੜਾ ਤੁਸੀਂ ਇੰਟਰੋਡਿਊਸ ਕਰਵਾਤਾ ਜਿਵੇਂ ਆਪਾਂ ਕੋਈ ਪੈਰਾਗ੍ਰਾਫ ਲਿਖਦੇ ਹਾਂ ਜਾਂ ਕਿਸੇ ਚੀਜ਼ ਦੇ ਬਾਰੇ ਗੱਲ ਕਰਦੇ ਹਾਂ ਸਾਰਿਆਂ ਤੋਂ ਪਹਿਲਾਂ ਉਹਦੀ ਇੰਟਰੋ ਦਿੱਤੀ ਜਾਂਦੀ ਹੈ ਨਾ ਤਾਂ ਉਹ ਜਿਹੜੀ ਇੰਟਰੋ ਤੁਸੀਂ ਸ਼ੁਰੂ ਦੇ ਵਿੱਚ ਦਿੱਤੀ ਉੱਥੇ ਤੁਹਾਡੇ ਕੋਲੇ ਆਰਟੀਕਲ ਦਾ ਯੂਜ਼ ਨਹੀਂ ਹੁੰਦਾ। ਆਰਟੀਕਲ ਦਾ ਯੂਜ਼ ਤੁਸੀਂ ਦੁਬਾਰਾ ਜਦੋਂ ਸੈਂਟੈਂਸ ਦੇ ਵਿੱਚ ਉਸੇ ਚੀਜ਼ ਨੂੰ ਰਿਪੀਟ ਕਰ ਰਹੇ ਹੋ ਉੱਥੇ ਜਿਹੜਾ ਤੁਸੀਂ ਕਰ ਸਕਦੇ ਹੋ ਬਿਕਾਜ਼ ਫਸਟ ਟਾਈਮ ਇੰਟਰੋਡਿਊਸ ਕਰਵਾਉਣ ਵਾਸਤੇ ਆਰਟੀਕਲ ਦਾ ਯੂਜ਼ ਨਹੀਂ ਹੋਏਗਾ। ਸੈਕੰਡ ਥਰਡ ਟਾਈਮ ਜਦੋਂ ਤੁਸੀਂ ਉਸੇ ਚੀਜ਼ ਨੂੰ ਦੁਬਾਰਾ ਜ਼ਿਕਰ ਕਰ ਰਹੇ ਹੋ ਉਹਦਾ ਤਾਂ ਤੁਸੀਂ ਆਰਟੀਕਲ ਦਾ ਯੂਜ਼ ਕਰੋਗੇ। ਜੇ ਤੁਹਾਡੇ ਕੋਲ ਫਸਟ ਟਾਈਮ ਨਹੀਂ ਯੂਜ਼ ਹੋ ਰਿਹਾ ਦਾ ਤਾਂ ਫਸਟ ਟਾਈਮ ਕੀ ਯੂਜ਼ ਹੋਏਗਾ ਤਾਂ ਉਹ ਤੁਹਾਡੇ ਕੋਲ ਯੂਜ਼ ਹੁੰਦਾ ਜੀ ਏ ਔਰ ਐਨ ਦਾ।
ਇੱਥੇ ਤੁਹਾਡੇ ਕੋਲ ਇਹ ਹੈ ਨਾ ਜਿਹੜਾ ਤੁਸੀਂ ਕਹਿ ਸਕਦੇ ਹੋ ਕਿ ਪਹਿਲਾਂ ਆ ਜਾਂਦਾ ਹੈ ਦਾ ਨੂੰ ਜਿਹੜਾ ਥੋੜਾ ਜਿਹਾ ਪਿੱਛੇ ਕਰ ਦਿੰਦਾ ਹੈ ਕਿ ਕੰਮ ਵਿਦ ਨਾउन which are getting introduced ਤਾਂ ਤੁਸੀਂ ਕਿਸੇ ਚੀਜ਼ ਨੂੰ ਪਹਿਲੀ ਵਾਰ ਇੰਟਰੋਡਿਊਸ ਕਰਵਾ ਰਹੇ ਹੋ ਫਰਸਟ ਟਾਈਮ ਤੁਸੀਂ ਕਿਸੇ ਚੀਜ਼ ਨੂੰ ਇੰਟਰੋਡਿਊਸ ਕਰਵਾ ਰਹੇ ਹੋ ਤਾਂ ਤੁਸੀਂ ਆਰਟੀਕਲ ਏ ਐਨ ਦਾ ਯੂਜ਼ ਕਰੋਗੇ ਦਾ ਯੂਜ਼ ਹੈ ਜਿਹੜਾ ਤੁਹਾਡੇ ਕੋਲ ਸੈਕਿੰਡ ਟਾਈਮ ਥਰਡ ਟਾਈਮ ਜਦੋਂ ਤੁਸੀਂ ਉਸੇ ਚੀਜ਼ ਨੂੰ ਧਿਆਨ ਵਿੱਚ ਲਿਆ ਰਹੇ ਹੋ ਤਾਂ ਉਦੋਂ ਤੁਸੀਂ ਜਿਹੜਾ ਉਹ ਕਰ ਸਕਦੇ ਹੋ ਸੋ ਐਗਜ਼ਾਮਪਲਸ ਤੁਹਾਡੇ ਕੋਲ ਲਿਖੀਆਂ ਹੋਈਆਂ ਜਿਵੇਂ ਫਰਸਟ ਐਗਜ਼ਾਮਪਲ ਤੁਸੀਂ ਚੈੱਕ ਕਰੋਗੇ ਆਰਟੀਕਲ ਦਾ ਦੇ ਵਿੱਚ ਕਿੱਥੇ ਯੂਜ਼ ਕੀਤਾ ਜਾਂਦਾ ਦਾ ਜਿਵੇਂ ਦਾ ਮੂਨ ਕੀ ਤੁਹਾਡੇ ਕੋਲ ਇੱਕ ਯੂਨੀਕ ਚੀਜ਼ ਹੈ ਸਪੈਸੀਫਿਕ ਚੀਜ਼ ਹੈ ਦਾ ਸਨ ਅਗੇਨ ਇੱਕ ਸਪੈਸੀਫਿਕ ਚੀਜ਼ ਹੈ the word the not again ਤੁਸੀਂ ਚੈੱਕ ਕਰੋਗੇ ਸਾਰੇ ਦੇ ਸਾਰੇ ਨਾਲ ਤੁਹਾਡੇ ਕੋਲ ਕੀ ਯੂਜ਼ ਕੀਤਾ ਹੈ ਆਰਟੀਕਲ ਦਾ ਯੂਜ਼ ਕੀਤਾ ਹੈ ਕੋਈ ਨਾ ਕੋਈ ਯੂਨੀਕ ਚੀਜ਼ ਹੈ ਡੈਫੀਨਿਟ ਚੀਜ਼ ਹੈ ਤਾਂ ਤੁਸੀਂ ਯੂਜ਼ ਕਰੋਗੇ ਆਰਟੀਕਲ ਦਾ ਸਿਮਿਲਰਲੀ ਤੁਹਾਡੇ ਕੋਲ ਏ ਐਨ ਦਾ ਯੂਜ਼ ਕਿੱਥੇ ਹੋਏਗਾ ਜਿੱਥੇ ਤੁਹਾਡੇ ਕੋਲ ਕੋਈ ਚੀਜ਼ ਇਹੋ ਜਿਹੀ ਹੈ ਜਿਹੜੀ ਨੂੰ ਤੁਸੀਂ ਨਹੀਂ ਜਾਣਦੇ ਜਾਂ ਕੋਈ ਇਹੋ ਜਿਹੀ ਚੀਜ਼ ਹੈ ਜਿਹਦੇ ਬਾਰੇ ਤੁਹਾਨੂੰ ਨਹੀਂ ਪਤਾ ਨਹੀਂ ਹੈ ਤਾਂ ਤੁਸੀਂ ਕੀ ਕਰੋਗੇ ਜਨਰਲ ਫਾਰਮ ਦੇ ਲਈ ਯੂਜ਼ ਕਰੋਗੇ ਆਰਟੀਕਲ ਏ ਦਾ ਜਿਵੇਂ ਅ ਬॉय ਤੇ ਕੋਈ ਇਹੋ ਜਿਹਾ ਬॉय ਜਿਹਨੂੰ ਤੁਸੀਂ ਨਹੀਂ ਜਾਣਦੇ ਤੁਸੀਂ ਯੂਜ਼ ਕਰ ਸਕਦੇ ਹੋ ਅ ਬॉय ਐਨ ਇਮੇਜ ਸਾਊਂਡ ਤੁਸੀਂ ਚੈੱਕ ਕਰੋਗੇ ਏ ਐਨ ਦਾ ਯੂਜ਼ ਆਪਾਂ ਦੇਖਾਂਗੇ ਕਿੱਥੇ ਐਨ ਦਾ ਯੂਜ਼ ਹੁੰਦਾ ਹੈ ਐਨ ਆਰ ਐਂਡ ਅ ਟੀਚਰ ਇਹ ਤੁਹਾਡੇ ਕੋਲ ਕੀ ਆ ਗਏ ਇਨਡੈਫੀਨਿਟ ਆਰਟੀਕਲ ਦੀ ਫਾਰਮ ਦੇ ਵਿੱਚ ਯੂਜ਼ੇਜ ਆ ਗਏ ਹਾਂਜੀ सेंटेंस वाइज एग्जांपल चेक करनी हो तो देखो फर्स्ट एग्जांपल जिवें तुसीं स्क्रीन दे उत्ते देख रहे हो दैट इज द मूवी वाज वेरी ब्यूटीफुल तो किसी पर्टिकुलर मूवी की गल की जा रही है स्पेसिफिक मूवी की गल की जा रही है किसी यूनिक मूवी की गल की जा रही है तो तुसीं की करोगे आर्टिकल दा यूज करोगे अगेन एक दा यूज किया होया द मूवी वाज वेरी ब्यूटीफुल सो सेंटेंस दे विच चेक करोगे कि आर्टिकल दा यूज किया होया बिकॉज़ मूवी जेहड़ी गल की जा रही है वो एक स्पेसिफिक मूवी है नेक्स्ट क्या करेंगे जी सेकंड नंबर अपने को एग्जांपल है केडी एग्जांपल है आई एम गिविंग द लास्ट वार्निंग टू यू तो हम जिथे भी ਤੁਹਾਡੇ ਕੋਲ ਬੋਰਡ ਆ ਜਾਏ ਜਿਵੇਂ ਆਪਾਂ ਵੈਸੇ ਵੀ ਆਪਾਂ ਡਿਸਕਸ ਕਰਾਂਗੇ ਜਦੋਂ ਆਪਾਂ ਰੂਲਸ ਕੀਤੇ ਤਾਂ ਇੱਥੇ ਵੀ ਤੁਸੀਂ ਨੋਟ ਕਰ ਸਕਦੇ ਹੋ ਕਿ ਫਰਸਟ ਸੈਕੰਡ ਥਰਡ ਲਾਸਟ ਇਸ ਤਰੀਕੇ ਦੇ ਵਰਡਸ ਦੇ ਨਾਲ ਵੀ ਤੁਸੀਂ ਕੀ ਯੂਜ਼ ਕਰਦੇ ਹੋ ਆਰਟੀਕਲ ਦਾ ਯੂਜ਼ ਕਰਦੇ ਹੋ ਬਿਕਾਜ਼ ਦਾ ਫਰਸਟ ਦਾ ਸੈਕੰਡ ਦਾ ਲਾਸਟ ਇਹ ਸਾਰੇ ਕੀ ਨੇ ਤੁਹਾਡੇ ਕੋਲ ਡੈਫੀਨਿਟ ਨੇ ਫਰਸਟ ਸੈਕੰਡ ਲਾਸਟ ਇੱਕ ਹੀ ਤੁਹਾਡੇ ਕੋਲ ਡੈਫੀਨਿਟ ਤੁਸੀਂ ਫਰਸਟ ਦੀ ਥਾਂ ਤੇ ਸੈਕੰਡ ਵਰਡ ਯੂਜ਼ ਨਹੀਂ ਕਰ ਸਕਦੇ ਸੈਕੰਡ ਦੀ ਥਾਂ ਤੇ ਥਰਡ ਵਰਡ ਯੂਜ਼ ਨਹੀਂ ਕਰ ਸਕਦੇ ਸੋ ਇਹ ਕਿੰਨੇ ਤੁਹਾਡੇ ਕੋਲ ਡੈਫੀਨਿਟ ਫਾਰਮ ਦੇ ਵਰਡ ਨੇ ਸੋ ਆਰਟੀਕਲ ਦਾ ਯੂਜ਼ ਨਾਲ ਕੀਤਾ ਜਾਂਦਾ ਵੈਸੇ ਤੁਹਾਡੇ ਕੋਲ ਦਾ ਯੂਜ਼ ਕਰਕੇ ਤਾਂ ਕੁਝ ਐਗਜ਼ਾਮਪਲਸ ਹੁਣ ਚੈੱਕ ਕਰਾਂਗੇ ਏ ਐਂਡ ਦੇ ਯੂਜ਼ ਦੀਆਂ ਐਗਜ਼ਾਮਪਲਸ ਦੇਖੋ ਜੀ ਫਰਸਟ ਐਗਜ਼ਾਮਪਲ ਹੈ ਹੀ ਇਜ਼ ਅ ਸਿੰਗਰ ਤੇ ਕਿਸੇ ਸਿੰਗਰ ਦੀ ਗੱਲ ਕੀਤੀ ਜਾ ਰਹੀ ਹੈ ਹੁਣ ਕਿਹੜਾ ਸਿੰਗਰ ਹੈ ਆਪਾਂ ਜਾਣਦੇ ਨਹੀਂ ਤਾਂ ਆਪਾਂ ਯੂਜ਼ ਕਰਾਂਗੇ ਆਰਟੀਕਲ ਏ ਦਾ ਅ ਸਿੰਗਰ ਨੈਕਸਟ ਤੁਹਾਡੇ ਕੋਲ ਜਿਵੇਂ ਸੈਂਟੈਂਸ ਬਣਾਇਆ ਹੋਇਆ ਹੀ ਇਜ਼ ਐਨ ਅਥਰ ਐਂਡ ਦਾ ਯੂਜ਼ ਕੀਤਾ ਇੱਥੇ ਅ ਦਾ ਯੂਜ਼ ਕਿਉਂ ਨਹੀਂ ਹੋਇਆ ਬਿਕਾਜ਼ ਤੁਹਾਡੇ ਕੋਲ ਵੋਵਲ ਸਾਊਂਡ ਆ ਰਹੀ ਸੀ ਅਥਰ ਦੇ ਵਿੱਚ ਤੁਹਾਡੇ ਕੋਲ ਵੋਵਲ ਸਾਊਂਡ ਆ ਰਹੀ ਹੈ ਸੋ ਤੁਸੀਂ ਯੂਜ਼ ਕਰੋਗੇ ਐਂਡ ਦਾ ਹੁਣ ਏ ਐਂਡ ਦਾ ਯੂਜ਼ੇਜ ਹੈ ਜਿਹੜਾ ਆਪਾਂ ਚੈੱਕ ਕਰ ਲਾਂਗੇ ਜਿੱਥੇ ਤੁਹਾਡੇ ਕੋਲ ਵੋਵਲ ਸਾਊਂਡ ਆਉਂਦੀ ਹੈ ਤੁਸੀਂ ਐਂਡ ਦਾ ਯੂਜ਼ ਕਰਦੇ ਹੋ ਅਦਰਵਾਈਜ਼ ਤੁਸੀਂ ਜਿਹੜਾ ਯੂਜ਼ ਕਰਨਾ ਹੁੰਦਾ ਹੈ ਇਹ ਯੂਜ਼ ਕਰਨਾ ਹੁੰਦਾ ਹੈ ਜਨਰਲ ਫਾਰਮ ਦੇ ਲਈ ਇਨਡੈਫੀਨਿਟ ਵਰਡਸ ਦੇ ਲਈ आई होप जिन्ने के टॉपिक ਹੁਣ ਤੱਕ ਆਪਾਂ ਕਵਰ ਕੀਤੇ ਆ ਸਭ ਤੋਂ ਪਹਿਲਾਂ ਆਪਾਂ ਡੈਫੀਨੇਸ਼ਨ ਚੈੱਕ ਕੀਤੀ ਹੈ ਇਸ ਤੋਂ ਬਾਅਦ ਆਪਾਂ ਦੇਖਿਆ ਕਿ ਤੁਹਾਡੇ ਕੋਲ ਕਿੰਨੇ ਟਾਈਪ ਦੇ ਆਰਟੀਕਲ ਨੇ ਡੈਫੀਨਿਟ ਐਂਡ ਇਨਡੈਫੀਨਿਟ ਆਰਟੀਕਲ ਇਸ ਤੋਂ ਬਾਅਦ ਆਪਾਂ ਡਿਫਰੈਂਸ ਦੇਖਿਆ ਕਿ ਡੈਫੀਨਿਟ ਆਰਟੀਕਲ ਕਿੱਥੇ ਯੂਜ਼ ਹੋਏਗਾ ਤੇ ਇਨਡੈਫੀਨਿਟ ਆਰਟੀਕਲ ਦਾ ਯੂਜ਼ ਕਿੱਥੇ ਕਰੋਗੇ ਦੈਨ ਆਪਾਂ ਐਗਜ਼ਾਮਪਲਸ ਡਿਸਕਸ ਕੀਤੇ ਹੁਣ ਤੱਕ ਆਪਾਂ ਇੰਨਾ ਜਿਹੜਾ ਹਾਫ ਆਫ ਟੌਪਿਕ ਉਹ ਕਵਰ ਕਰ ਚੁੱਕੇ ਹਾਂ ਬੇਸਿਕ ਹੈ ਜਿਹੜਾ ਤੁਹਾਡਾ ਕੰਪਲੀਟ ਹੋ ਚੁੱਕਿਆ ਹੈ ਸਭ ਤੋਂ ਪਹਿਲਾਂ ਹੁਣ ਚੈੱਕ ਕਰ ਰਹੇ ਹਾਂ ਕਿ ਯੂਜ਼ ਆਫ ਆਰਟੀਕਲ ਐਂਡ ਕਿਸ ਤਰੀਕੇ ਨਾਲ ਤੁਸੀਂ ਐਂਡ ਦਾ ਯੂਜ਼ ਜਿਹੜਾ ਉਹ ਕਰੋਗੇ ਤੇ ਕਿੱਥੇ ਤੁਹਾਡੇ ਕੋਲ ਆਰਟੀਕਲ ਐਂਡ ਦਾ ਯੂਜ਼ ਉਹ ਕੀਤਾ ਜਾਏਗਾ ਹਾਂਜੀ ਤਾਂ ਫਰਸਟ ਜਿਹੜਾ ਤੁਹਾਡੇ ਕੋਲ ਰੂਲ ਹੈ concept ਹੈ ਜੋ ਤੁਸੀਂ ਨੋਟ ਕਰੋਗੇ that is use of article and ਤੇ ਕੀ ਹੈ article and ਕਿੱਥੇ ਯੂਜ਼ ਹੋਏਗਾ article and ਇਹ ਚੀਜ਼ ਆਪਾਂ ਚੈੱਕ ਕਰਨੀ ਹੈ article and is used when a word begins with a vowel sound ਤੇ ਜਦੋਂ ਤੁਹਾਡੇ ਕੋਲੇ ਕੋਈ vowel sound ਨਾਲ ਸਟਾਰਟ ਹੋਣ ਵਾਲਾ ਕੋਈ word ਲਿਖਿਆ ਹੋਇਆ word ਹੈ ਜਿਹੜਾ ਤੁਹਾਡੇ ਕੋਲੇ begin ਹੋ ਰਿਹਾ ਕਾਫੀ ਨਾਲ vowel sound ਦੇ ਨਾਲ ਤਾਂ ਤੁਸੀਂ ਯੂਜ਼ ਕਰੋਗੇ article and ਦਾ and ਦਾ ਯੂਜ਼ ਕੀਤਾ ਜਾਂਦਾ ਜਿੱਥੇ ਤੁਹਾਡੇ ਕੋਲੇ ਕੋਈ ਵੀ word ਸਟਾਰਟ ਹੋ ਰਿਹਾ with vowel sound ਨਾਲ ਹਾਂਜੀ ਜਿਵੇਂ ਆਪਾਂ ਚੈੱਕ ਕਰੀਏ are ਐਂਡ ਆਰ ਤੁਸੀਂ ਆਰ ਵਰਡ ਯੂਜ਼ ਕਰੋ ਇਹਨੂੰ ਆਵਰ ਨਹੀਂ ਕਿਹਾ ਜਾਂਦਾ ਹਵਰ ਨਹੀਂ ਕਿਹਾ ਜਾਂਦਾ ਹੌਰ ਨਹੀਂ ਕਿਹਾ ਜਾਂਦਾ ਐਚ ਦੀ ਸਾਊਂਡ ਹੈ ਜਿਹੜੀ ਇੱਥੇ ਸਾਇਲੈਂਟ ਹੈ ਐਚ ਦੀ ਆਵਾਜ਼ ਨਹੀਂ ਆਉਂਦੀ ਇਹਨੂੰ ਕਿਹਾ ਜਾਂਦਾ ਐਂਡ ਆਰ ਵਰਡ ਯੂਜ਼ ਕੀਤਾ ਜਾਂਦਾ ਇਟ ਮੀਨਸ ਬਾਵਲ ਸਾਊਂਡ ਆ ਰਹੀ ਹੈ ਅ ਦੀ ਆਵਾਜ਼ ਕੀਤੀ ਜਾ ਰਹੀ ਹੈ ਜੇ ਤੁਸੀਂ ਧਿਆਨ ਦੇ ਵਿੱਚ ਰੱਖਣਾ ਹੋਵੇ ਤਾਂ ਆਪਣੇ ਕੋਲੇ ਊੜਾ ਆੜਾ ਈੜੀ ਇਹ ਤਿੰਨ ਸਵਾਰ ਹੁੰਦੇ ਆ ਨਾ ਪੰਜਾਬੀ ਦੇ ਵਿੱਚ ਤਾਂ ਹੁਣ ਜਿੱਥੇ ਵੀ ਤੁਹਾਡੇ ਕੋਲੇ ਸਾਊਂਡ ਕੋਈ ਵਰਡ ਬੋਲ ਰਹੇ ਹੋ ਤੁਸੀਂ ਇੰਗਲਿਸ਼ ਦਾ ਤਾਂ ਤੁਹਾਡੇ ਕੋਲੇ ਉਡਾੜਾ ਈਡੀ ਇਹਨਾਂ ਦੀ ਸਾਊਂਡ ਆ ਰਹੀ ਹੈ ਤੇ ਤੁਸੀਂ ਯੂਜ਼ ਕਰੋਗੇ ਆਰਟੀਕਲ ਐਂਡ ਦਾ ਸਿਮਿਲਰਲੀ ਜੇ ਹਿੰਦੀ ਦੇ ਵਿੱਚ ਦੇਖਣਾ ਹੋਵੇ ਤਾਂ ਅ ਤੋਂ ਲੈ ਕੇ ਤੁਹਾਡੇ ਕੋਲੇ ਅ ਤੱਕ ਜਿੰਨੀਆਂ ਵੀ ਸਾਊਂਡਸ ਨੇ ਅ ਆ ਈ ਊ ਊ ਉਹ ਵਾਲੇ ਸੇਮ ਹੀ ਤੁਹਾਡੇ ਕੋਲੇ ਅ ਆ ਈ ਊ ਓ ਏ ਐ ਓ ਔ ਤਾਂ ਇਹ ਸਾਰੀਆਂ ਸਾਊਂਡਸ ਕਿਹਦੇ ਵਿੱਚ ਆ ਜਾਣਗੀਆਂ ਤੁਹਾਡੇ ਕੋਲੇ ਆਰਟੀਕਲ ਐਨ ਦੇ ਨਾਲ ਯੂਜ਼ ਕੀਤੀਆਂ ਜਾਣਗੀਆਂ ਜਿਹੜਾ ਵੀ ਵਰਡ ਤੁਹਾਡੇ ਕੋਲੇ ਆਰਟੀਕਲ ਐਨ ਲਏਗਾ ਉਹਦੀ ਸਾਊਂਡ ਕੀ ਹੋਏਗੀ ਵੋਵਲ ਸਾਊਂਡ ਹੋਏਗੀ ਤਾਂ ਤੁਸੀਂ ਕਹਿੰਦੇ ਹੋ ਵੋਵਲ ਸਾਊਂਡ ਹਾਂਜੀ ਤੇ ਜਿਵੇਂ ਆਪਾਂ ਐਨ ਆਰ ਲਿਖਦੇ ਆ ਨੈਕਸਟ ਤੁਹਾਡੇ ਕੋਲੇ ਕੋਈ ਵਰਡ ਜਿਵੇਂ ਆਪਾਂ ਲਿਖ ਲੈਂਦੇ ਆ ਬॉय ਬॉय ਹੀ ਲਿਖ ਲਿਆ ਹੁਣ ਵੋਵਲ ਸਾਊਂਡ ਆ ਰਹੀ ਹੈ ਦੇਖੋ ਬੋ ਦੀ ਆਵਾਜ਼ ਆ ਰਹੀ ਹੈ ਹੁਣ ਊੜਾ ਆੜਾ ਈੜੀ ਊੜੇ ਆੜੇ ਈੜੀ ਦੇ ਵਿੱਚੋਂ ਤਿੰਨਾਂ ਦੇ ਵਿੱਚ ਕੋਈ ਨਹੀਂ ਹੈ ਜਾਂ ਅ ਤੋਂ ਔ ਤੋਂ ਲੈ ਕੇ ਤੁਹਾਡੇ ਕੋਲ ਅ ਔ ਦੇ ਤੱਕ ਜਿਹੜੀ ਜਿੰਨੀਆਂ ਵੀ ਸਾਊਂਡਸ ਨੇ ਉਹਨਾਂ ਦੇ ਵਿੱਚੋਂ ਵੀ ਤੁਹਾਡੇ ਕੋਲੇ ਕਿਸੇ ਦੀ ਸਾਊਂਡ ਨਹੀਂ ਹੈ ਸੋ ਤੁਸੀਂ ਬੋ ਦੀ ਆਵਾਜ਼ ਕੱਢ ਰਹੇ ਹੋ ਤਾਂ ਇੱਥੇ ਤੁਹਾਡੇ ਕੋਲੇ ਐਨ ਦਾ ਯੂਜ਼ ਤਾਂ ਨਹੀਂ ਹੋਏਗਾ ਤੁਸੀਂ ਯੂਜ਼ ਕਰੋਗੇ ਏ ਦਾ ਔਰ ਬॉय ਹੈ ਜਿਹੜਾ ਤੁਸੀਂ ਯੂਜ਼
करूँगी। आई होप तुहाडा ये कंसैप्ट क्लीयर हो गया होगा कि एंड दा यूज़ कित्थे हुंदा है, जिथे भी वोवल साउंड होवे, वोवल साउंड होनी चाहिदी है, वोवल लैटर तो तुसीं कोई काम नहीं लैना। वैसे देखिया जावे तो वोवल लैटर तुहाडे कोल किहड़े-किहड़े है? ए, ई, आई, ओ और यू। तो 26 वर्ड्स हुंदे तुहाडे कोल, लैटर्स हुंदे है इंग्लिश दे विच। 26 ਲੈਟਰਸ ਦੇ ਵਿੱਚ ਤੁਹਾਡੇ ਕੋਲੇ 5 ਹੈ ਜਿਹੜੇ ਕੀ ਨੇ ਵੋਵਲ ਵਰਡਸ ਨੇ ਵੋਵਲ ਲੈਟਰਸ ਨੇ ਏ ਈ ਆਈ ਓ ਯੂ ਹੈ ਜਿਹੜੇ ਤੁਹਾਡੇ ਵੋਵਲ ਲੈਟਰਸ ਨੇ 5 ਇਹਨਾਂ ਨੂੰ ਧਿਆਨ ਦੇ ਵਿੱਚ ਰੱਖਣਾ ਹੈ। ਹਾਂਜੀ ਤੇ ਕਈ ਵਾਰ ਕੀ ਹੁੰਦਾ ਤੁਹਾਡੇ ਕੋਲੇ ਕੋਈ ਲੈਟਰ ਸਟਾਰਟ ਹੋ ਰਿਹਾ ਜਿਵੇਂ ਯੂ ਨਾਲ ਅੰਬ੍ਰੇਲਾ ਸਟਾਰਟ ਹੁੰਦਾ ਨਾ ਆਪਾਂ ਅੰਬ੍ਰੇਲਾ ਕਹਿੰਦੇ ਛਤਰੀ ਜਿਹਨੂੰ ਕਹਿ ਦਿੰਦੇ ਆ ਬਟ ਸਾਊਂਡ ਕਿਹਦੀ ਆ ਰਹੀ ਹੈ ਉੱਥੇ ਯੂ ਸਟਾਰਟ ਹੋ ਯੂ ਨਾਲ ਹੋ ਰਿਹਾ ਸਾਊਂਡ ਤੁਹਾਡੇ ਕੋਲੇ ਅ ਦੀ ਆ ਰਹੀ ਹੈ। ਸਿਮਿਲਰਲੀ ਤੁਹਾਡੇ ਕੋਲੇ ਵਰਡ ਹੁੰਦਾ ਯੂਨਿਟ ਯੂਨਿਟ ਦੇ ਵਿੱਚ ਸਟਾਰਟ ਹੋ ਯੂ ਨਾਲ ਹੋ ਰਿਹਾ ਬਟ ਆਵਾਜ਼ ਹੈ ਜਿਹੜੀ ਤੁਹਾਡੇ ਕੋਲੇ ਕੋਈ ਵੋਵਲ ਸਾਊਂਡ ਨਹੀਂ ਹੈ ਯੂਨਿਟ य ਦੀ ਆਵਾਜ਼ ਆਉਂਦੀ ਹੈ ਆਪਣੇ ਕੋਲੇ ਇਹ ਊੜਾ ਆੜਾ ਇਹਦੀ ਜਾਂ ਵੋਵਲ ਸਾਊਂਡ ਹੈ ਜਿਹੜੇ ਕਿ ਨਹੀਂ ਆਉਂਦੀ ਸੋ ਤੁਸੀਂ ਉੱਥੇ ਐਂਡ ਯੂਜ਼ ਨਹੀਂ ਕਰੋਗੇ। ਇਹ ਤੁਹਾਡੇ ਕੋਲ ਕੁਝ ਵੋਵਲ ਵਰਡ ਲਿਖੇ ਹੋਏ ਜਿਵੇਂ ਏ ਈ ਆਈ ਓ ਜੋ ਇਹ ਨੇ ਸਾਰੇ ਵੋਵਲ ਲੈਟਰਸ ਨੇ 26 ਲੈਟਰ ਦੇ ਵਿੱਚ ਤੁਹਾਡੇ ਕੋਲ 5 ਹੈ ਜਿਹੜੇ ਵੋਵਲ ਲੈਟਰਸ ਹੁੰਦੇ ਇੰਗਲਿਸ਼ ਦੇ ਵਿੱਚ ਜਿਹਨਾਂ ਨੂੰ ਤੁਸੀਂ ਧਿਆਨ ਦੇ ਵਿੱਚ ਰੱਖਣਾ ਹੈ। ਕਈ ਵਾਰ ਕੁਐਸਚਨ ਇਹ ਪੁੱਛ ਲਿਆ ਜਾਂਦਾ ਹੈ ਕਿ ਹਾਊ ਮੈਨੀ ਵੋਵਲ ਲੈਟਰਸ ਆਰ देयर ਇਨ ਇੰਗਲਿਸ਼ ਅਲਫਾਬੈਟ ਸੋ ਤੁਸੀਂ ਚੈੱਕ ਕਰੋਗੇ 5 ਲੈਟਰਸ ਨੇ ਤੁਹਾਡੇ ਕੋਲੇ ਏ ਈ ਆਈ ਔਰ ਯੂ। ਅੱਗੇ ਜੀ ਤੁਹਾਡੇ ਕੋਲੇ ਐਗਜ਼ਾਮਪਲਸ ਯੂਜ਼ ਕਰਨਾ ਆਪਾਂ ਐਂਡ ਦਾ ਤੁਹਾਡੇ ਕੋਲ ਵੋਵਲ ਸਾਊਂਡਸ ਆ ਜਿਹੜੀਆਂ ਤੁਸੀਂ ਉਹ ਕੱਢ ਕੇ ਦੇਖਣੀ ਹੈ। I am eating an orange ਹੁਣ ਤੁਸੀਂ ਯੂਜ਼ ਕੀਤਾ ਐਂਡ ਦਾ ਐਂਡ ਦਾ ਯੂਜ਼ ਹੋਇਆ ਚੈੱਕ ਕਰੋ ਕਿ ਨਾउन ਹੈ ਜਿਹੜਾ ਤੁਹਾਡੇ ਕੋਲ ਵੋਵਲ ਸਾਊਂਡ ਦੇ ਰਿਹਾ orange ਤਾਂ ਕਿਹਦੀ ਆਵਾਜ਼ ਆ ਗਈ ਤੁਹਾਡੇ ਕੋਲੇ o orange ਤਾਂ o ਦੀ ਆਵਾਜ਼ ਆ ਗਈ ਅਗੇਨ ਪੂਰਾ ਜਿਹੜਾ ed ਦੇ ਵਿੱਚ ਤੁਹਾਡੇ ਕੋਲੇ ਆਵਾਜ਼ ਆ ਰਹੀ ਹੈ ਸੋ ਤੁਸੀਂ ਕੀ ਕਰੋਗੇ ਐਂਡ ਦਾ ਯੂਜ਼ ਕਰੋਗੇ I am eating an orange next is he is an introvert he is an introvert again ਚੈੱਕ ਕਰੋਗੇ ਕਾਦੀ ਸਾਊਂਡ ਆਈ ed introvert ਤਾਂ ਇਹਦੀ ਆਵਾਜ਼ ਆਈ ਇਟ ਮੀਨਸ ਇਹ ਵੀ ਕਿ ਤੁਹਾਡੇ ਕੋਲੇ ਵੋਵਲ ਸਾਊਂਡ ਦੇ ਰਿਹਾ ਐਂਡ ਦਾ ਯੂਜ਼ ਹੋਏਗਾ। ਨੈਕਸਟ ਕੁਐਸਚਨ ਇਜ਼ she asked an easy question easy e ਦੀ ਆਵਾਜ਼ ਆ ਰਹੀ ਹੈ ਅਗੇਨ ਤੁਹਾਡੇ ਕੋਲੇ ਕੀ ਆ ਗਿਆ ਵੋਵਲ ਸਾਊਂਡ ਆ ਗਿਆ ਤੇ ਤੁਸੀਂ ਐਂਡ ਦਾ ਯੂਜ਼ ਕਰੋਗੇ। ਨੈਕਸਟ ਇਜ਼ he has an umbrella ਤੁਹਾਨੂੰ ਦੱਸਿਆ ਹੈ ਕਿ ਅੰਬ੍ਰੇਲਾ ਵਰਡ ਯੂਜ਼ ਕਰਦੇ ਆਪਾਂ ਜੇ ਅੰਬ੍ਰੇਲਾ ਨਹੀਂ ਕਿਹਾ ਜਾਂਦਾ ਇਹਨੂੰ ਤੁਹਾਡੇ ਕੋਲੇ ਅੰਬ੍ਰੇਲਾ ਵਰਡ ਯੂਜ਼ ਕੀਤਾ ਜਾਂਦਾ ਹੈ ਅਗੇਨ ਤੁਹਾਡੇ ਕੋਲੇ ਆਵਾਜ਼ ਹੈ ਜਿਹੜੀ ਸਾਊਂਡ ਆਉਂਦੀ ਹੈ ਉਹ ਆੜੇ ਦੀ ਆਉਂਦੀ ਹੈ ਵੋਵਲ ਸਾਊਂਡ ਆ ਗਿਆ ਐਂਡ ਦਾ ਯੂਜ਼ ਕੀਤਾ ਜਾਏਗਾ। ਲਾਸਟ ਐਗਜ਼ਾਮਪਲ ਜਿਹੜੀ ਤੁਹਾਡੇ ਕੋਲੇ she left ਐਨ ਆਰ ਅਗੋ ਆਰ ਵਰਡ ਤੁਹਾਨੂੰ ਦੱਸ ਦਿੱਤਾ ਇੱਥੇ ਸਾਊਂਡ ਹੁੰਦੀ ਹੈ ਤੁਸੀਂ ਆਰ ਵਰਡ ਯੂਜ਼ ਕਰਦੇ ਹੋ ਤਾਂ ਐਨ ਦਾ ਯੂਜ਼ ਕੀਤਾ ਜਾਏਗਾ ਬਿਕੋਜ਼ ਅਗੇਨ ਇਹ ਇੱਕ ਵੋਵਲ ਸਾਊਂਡ ਹੈ ਸੋ ਐਨ ਦਾ ਯੂਜ਼ ਹਮੇਸ਼ਾ ਤੁਸੀਂ ਯਾਦ ਰੱਖੋਗੇ ਉੱਥੇ ਹੀ ਕੀਤਾ ਜਾਂਦਾ ਹੈ ਜਿੱਥੇ ਤੁਹਾਡੇ ਕੋਲੇ ਵੋਵਲ ਸਾਊਂਡ ਆ ਰਹੀ ਹੈ। ਈਜ਼ੀ ਹੈ ਸਾਰਿਆਂ ਨੂੰ ਈਜ਼ੀ ਯੂਜ਼ ਹੈ ਜਿਹੜਾ ਤੁਹਾਡੇ ਕੋਲੇ ਐਨ ਹੀ ਹੈ ਜਿੱਥੇ ਵੀ ਵੋਵਲ ਸਾਊਂਡ ਵਾਲਾ ਕੋਈ ਨਾਮ ਦਿਸ ਗਿਆ ਤਾਂ ਉਹਦੇ ਤੋਂ ਪਹਿਲਾਂ ਤੁਸੀਂ ਕੀ ਲਾਓਗੇ ਐਨ ਜਿਹੜਾ ਆਪਣੇ ਕੋਲੇ ਆਰਟੀਕਲ ਯੂਜ਼ ਕਰੋਗੇ। ਹਾਂਜੀ ਤਾਂ ਇਹ ਕੁਝ ਪ੍ਰੈਕਟਿਸ ਕੁਐਸਚਨ ਨੇ ਜਿਹੜੇ ਤੁਸੀਂ ਸੋਲਵ ਕਰਨੇ ਆ ਐਗਜ਼ਾਮਪਲਸ ਜਿਹੜੀਆਂ ਤੁਹਾਡੇ ਕੋਲੇ ਇਹ ਵਾਲੇ ਪਾਰਟ ਮੈਂ ਤੁਹਾਨੂੰ ਕਰਵਾ ਰਹੀ ਹਾਂ ਫਸਟ 5 ਹੈ ਜਿਹੜੀਆਂ ਆਪਣੇ ਕੋਲੇ ਫਿਲਅਪ ਚ ਮੈਂ ਤੁਹਾਨੂੰ ਸੋਲਵ ਕਰਵਾਉਂਗੀ ਨੈਕਸਟ 5 ਨੇ ਜਿਹੜੀਆਂ ਤੁਸੀਂ ਸੋਲਵ ਕਰਨੀਆਂ ਆਪਣੇ ਆਪ ਨੈਕਸਟ ਕਲਾਸ ਦੇ ਵਿੱਚ ਆਪਾਂ ਡਿਸਕਸ ਕਰਾਂਗੇ ਇਹਨਾਂ ਦੇ ਆਨਸਰ। ਹਾਂਜੀ ਤਾਂ ਸਟਾਰਟ ਕਰਦੇ ਹਾਂ ਫਰਸਟ ਆਪਣੇ ਕੋਲੇ ਐਗਜ਼ਾਮਪਲ ਤੋਂ ਦੇਖੋ ਜੀ ਬਲੈਂਕ ਇੰਜੀਨੀਅਰ ਬਲੈਂਕ ਇੰਗਲਿਸ਼ ਟੀਚਰ ਬਲੈਂਕ ਇੰਟੈਲੀਜੈਂਟ ਬਲੈਂਕ ਔਰ ਬਲੈਂਕ ਯੂਨੀਵਰਸਿਟੀ ਤੇ ਤੁਹਾਡੇ ਕੋਲੇ ਕੀ ਹੈ 5 ਫਿਲਅਪਸ ਦਿੱਤੀਆਂ ਹੋਈਆਂ ਤੁਸੀਂ ਚੈੱਕ ਵੀ ਕਰਨਾ ਹੈ ਇਹਨਾਂ ਦੇ ਵਿੱਚ ਪੁੱਟ ਕਰਨਾ ਹੈ ਯੂਜ਼ ਏ ਔਰ ਐਨ ਜਾਂ ਤਾਂ ਤੁਸੀਂ ਏ ਯੂਜ਼ ਕਰੋਗੇ ਜਾਂ ਫਿਰ ਐਨ ਦਾ ਯੂਜ਼ ਕਰੋਗੇ ਤਾਂ ਤੁਹਾਨੂੰ ਕਨਸੈਪਟ ਕਰਵਾਇਆ ਗਿਆ ਕਿ ਐਨ ਦਾ ਯੂਜ਼ ਉੱਥੇ ਹੀ ਕੀਤਾ ਜਾਂਦਾ ਹੈ ਜਿੱਥੇ ਤੁਹਾਡੇ ਕੋਲੇ ਵੋਵਲ ਸਾਊਂਡ ਆ ਰਹੀ ਸੈਕੰਡ ਚੀਜ਼ ਤੁਹਾਡੇ ਕੋਲੇ ਸਿਰਫ ਆਪਸ਼ਨ ਦੇ ਵਿੱਚ ਏ ਤੇ ਐਨ ਹੀ ਹੈ ਤੁਸੀਂ ਏ ਤੇ ਐਨ ਦੇ ਵਿੱਚੋਂ ਕੋਈ ਇੱਕ ਵਰਡ ਯੂਜ਼ ਕਰੋਗੇ ਦਾ ਯੂਜ਼ ਇੱਥੇ ਨਹੀਂ ਕਰਨਾ ਏ ਜਾਂ ਐਨ ਦੇ ਵਿੱਚ ਯੂਜ਼ ਕਰੋਗੇ ਐਨ ਦਾ ਯੂਜ਼ ਹੋ ਜਾਏਗਾ ਜਿੱਥੇ ਵੋਵਲ ਸਾਊਂਡ ਹੈ ਤੇ ਤੁਹਾਡੇ ਕੋਲ ਜਿੱਥੇ ਵੋਵਲ ਸਾਊਂਡ ਨਹੀਂ ਆ ਰਹੀ ਤਾਂ ਉੱਥੇ ਤੁਸੀਂ ਯੂਜ਼ ਕਰ ਲਓਗੇ ਏ ਦਾ ਜਿੱਥੇ ਵੋਵਲ ਸਾਊਂਡ ਨਹੀਂ ਹੈ ਉੱਥੇ ਏ ਯੂਜ਼ ਹੋਏਗੀ ਜਿੱਥੇ ਵੋਵਲ ਸਾਊਂਡ ਹੈ ਤਾਂ ਉੱਥੇ ਤੁਸੀਂ ਯੂਜ਼ ਕਰੋਗੇ ਐਨ ਦਾ। ਚੈੱਕ ਕਰੋ ਜੀ ਫਰਸਟ ਆਪਣੇ ਕੋਲੇ ਫਿਲਅਪ ਹੈ ਬਲੈਂਕ ਇੰਜੀਨੀਅਰ ਇੰਜੀਨੀਅਰ ਤਾਂ ਕਿਹੜੀ ਸਾਊਂਡ ਆ ਰਹੀ ਹੈ ਵੋਵਲ ਸਾਊਂਡ ਹੈ ਤਾਂ ਤੁਸੀਂ ਯੂਜ਼ ਕਰੋਗੇ ਐਨ ਇੰਜੀਨੀਅਰ। ਨੈਕਸਟ ਦੇਖੋ ਬਲੈਂਕ ਇੰਗਲਿਸ਼ ਟੀਚਰ ਕਾਹਦੀ ਸਾਊਂਡ ਆ ਰਹੀ ਹੈ वोवल साउंड है एंड इंग्लिश टीचर। नेक्स्ट है जी ब्लैक इंटेलिजेंट कादी साउंड आ रही है अगेन ਤੁਹਾਡੇ ਕੋਲ ਵੋਵਲ ਸਾਊਂਡ ਆ ਰਹੀ ਹੈ ਐਂਡ ਇੰਟੈਲੀਜੈਂਟ। ਨੈਕਸਟ ਹੈ ਤੁਹਾਡੇ ਕੋਲੇ ਬਲੈਂਕ ਆਰ ਤਾਂ ਤੁਸੀਂ ਹਾਵਰ ਨਹੀਂ ਕਹਿੰਦੇ ਤਾਂ ਕੀ ਹੁੰਦਾ ਤੁਹਾਡੇ ਕੋਲੇ ਆਰ ਹੁੰਦਾ ਹੈ ਅਗੇਨ ਵੋਵਲ ਸਾਊਂਡ ਹੈ ਐਂਡ ਆ। ਨੈਕਸਟ ਹੈ ਜੀ ਬਲੈਂਕ ਯੂਨੀਵਰਸਿਟੀ ਤਾਂ ਯੋ ਦੀ ਆਵਾਜ਼ ਆ ਰਹੀ ਹੈ ਯੂਨੀਵਰਸਿਟੀ ਨਹੀਂ ਕਿਹਾ ਜਾਂਦਾ ਹੈ ਤਾਂ ਤੁਸੀਂ ਯੂਨੀਵਰਸਿਟੀ ਕਹਿੰਦੇ ਹੋ ਯੋ ਦੀ ਆਵਾਜ਼ ਹੈ ਜਿਹੜੀ ਤੁਹਾਡੇ ਕੋਲ ਸਾਊਂਡ ਨਿਕਲਦੀ ਹੈ ਤੁਸੀਂ ਇੱਥੇ ਐਂਡ ਦਾ ਯੂਜ਼ ਨਹੀਂ ਕਰੋਗੇ। ਸੈਕੰਡ ਆਪਸ਼ਨ ਤੁਹਾਡੇ ਕੋਲੇ ਕੀ ਸੀ ਵਰਡ ਏ ਸੀ ਦਾ ਕਿ ਯੂਜ਼ ਹੋ ਜਾਏਗਾ ਤੁਹਾਡੇ ਕੋਲੇ ਉਹ ਯੂਨੀਵਰਸਿਟੀ। ਆਈ ਹੋਪ ਤੁਹਾਡੇ ਕੋਲੇ ਇਹ 5 ਜਿਹੜੀਆਂ ਫਿਲਅਪ ਆਪਾਂ ਕੀਤੀਆਂ ਨੇ ਕਲੀਅਰ ਹੋ ਗਈਆਂ ਹੋਣਗੀਆਂ ਪਤਾ ਲੱਗ ਗਿਆ ਕਿਸ ਤਰੀਕੇ ਨਾਲ ਇਹਦਾ ਯੂਜ਼ ਹੋਊਗਾ ਕਿੱਥੇ ਤੁਸੀਂ ਐਂਡ ਦਾ ਯੂਜ਼ ਜਿਹੜਾ ਉਹ ਕਰੋਗੇ। ਨੈਕਸਟ 5 ਨੇ ਜਿਹੜੀਆਂ ਤੁਸੀਂ ਖੁਦ ਸੋਲਵ ਕਰਨੀਆਂ ਸਾਊਂਡਸ ਤੁਸੀਂ ਆਪਣੇ ਆਪ ਕੱਢ ਕੇ ਦੇਖਣੀਆਂ ਜਿਵੇਂ ਆਪਾਂ ਔਰੇਂਜ ਕੱਢ ਕੇ ਕਰਕੇ ਦੇਖ ਲਿਆ ਬॉय ਵਰਡ ਆਪਾਂ ਡਿਸਕਸ ਕਰ ਲਿਆ ਹੁਣ ਅੱਗੇ ਵਾਲੇ ਜਿੰਨੇ ਵੀ ਵਰਡ ਤੁਹਾਡੇ ਕੋਲੇ 5 ਐਗਜ਼ਾਮਪਲਸ ਨੇ ਜਿਹੜੀਆਂ ਤੁਸੀਂ ਕਰਨੀਆਂ ਨੇ 5 ਫਿਲਅਪਸ ਨੇ ਹੋਮਵਰਕ ਹੈ ਤੁਹਾਡਾ ਇਹਨਾਂ ਨੂੰ ਤੁਸੀਂ ਸੋਲਵ ਕਰੋਗੇ ਨੈਕਸਟ ਕਲਾਸ ਦੇ ਵਿੱਚ ਤੁਹਾਨੂੰ ਕਲਾਸ ਸਟਾਰਟ ਕਰਨ ਤੋਂ ਪਹਿਲਾਂ ਜਿਹੜਾ ਇਹ ਕੰਮ ਹੈ ਉਹ ਕਰਵਾ ਦਿੱਤਾ ਜਾਏਗਾ। ਇਹ ਵਾਲਾ ਜਿਹੜਾ ਤੁਹਾਡੇ ਫਿਲਅਪਸ ਹੈ ਆਪਾਂ ਨੈਕਸਟ ਕਲਾਸ ਦੇ ਵਿੱਚ ਇਹਨਾਂ ਨੂੰ ਡਿਟੇਲ ਕਰਾਂਗੇ ਆਨਸਰ ਜਿਹੜੇ ਤੁਹਾਨੂੰ ਕਲਾਸ ਦੇ ਵਿੱਚ ਦੱਸ ਦਿੱਤੇ ਜਾਣਗੇ। ਹਾਂਜੀ ਤਾਂ ਜਿੰਨਾ ਕੁ ਟੌਪਿਕ ਅੱਜ ਕੀਤਾ ਹੈ ਉਸ ਨਾਲ ਰਿਲੇਟਡ ਕੁਐਸਚਨ ਦੇਖੋ
ਫਰਸਟ ਕੁਐਸਚਨ ਹੈ ਤੁਹਾਡਾ ਹੀ ਸਟੋਲ ਅ ਮਨੀ ਫਰੋਮ ਮੀ ਤੇ ਤੁਹਾਡੇ ਕੋਲੇ ਅਗੇਨ ਚਾਰ ਪਾਰਟ ਨੇ ਜਿਵੇਂ ਆਪਾਂ ਸੇਮ ਪਿੱਛੇ ਟੌਪਿਕ ਕੀਤੇ ਆ ਕਿ ਤੁਹਾਡੇ ਕੋਲੇ ਕੀ ਹੁੰਦਾ ਐਰਰ ਸਪੌਟਿੰਗ ਜਿਹਨੂੰ ਆਪਾਂ ਐਰਰ ਡਿਟੈਕਸ਼ਨ ਵੀ ਕਹਿ ਦਿੰਦੇ ਆ ਸੈਕੰਡ ਤੁਹਾਡੇ ਕੋਲੇ ਐਰਰ ਕਰੈਕਸ਼ਨ ਇਹ ਦੋ ਤਰੀਕੇ ਦੇ ਕੁਐਸਚਨ ਆ ਜਿਹੜੇ ਪੁੱਛੇ ਜਾਂਦੇ ਆ ਤੇ ਤੁਹਾਡੇ ਕੋਲੇ ਐਰਰ ਸਪੌਟਿੰਗ ਜਾਂ ਐਰਰ ਕਰੈਕਸ਼ਨ ਦੇ ਵਿੱਚ ਜੇ ਕੋਈ ਕੁਐਸਚਨ ਆਵੇ ਤਾਂ ਤੁਸੀਂ ਕਿਵੇਂ ਸੋਲਵ ਕਰਨਾ ਹੈ ਕਲਾਸਿਸ ਦੇ ਵਿੱਚ ਪਿੱਛੇ ਡਿਸਕਸ ਕਰ ਚੁੱਕੇ ਆ ਅਗੇਨ ਤੁਹਾਡੇ ਕੋਲੇ ਸੇਮ ਟਾਈਪ ਦਾ ਕੁਐਸਚਨ ਹੈ ਚਾਰ ਪਾਰਟ ਦਿੱਤੇ ਹੋਏ ਆ ਏ ਬੀ ਸੀ ਦੇ ਵਿੱਚ ਤੁਸੀਂ ਦੇਖੋਗੇ ਕਿ ਕਿਸ ਪਾਰਟ ਦੇ ਵਿੱਚ ਐਰਰ ਹੈ ਜੇ ਕੋਈ ਐਰਰ ਨਹੀਂ ਮਿਲਦੀ ਤਾਂ ਤੁਸੀਂ ਡੀ ਪਾਰਟ ਟਿਕ ਕਰੋਗੇ ਨੋ ਐਰਰ ਹਾਂਜੀ ਤਾਂ ਕਰੋ ਪਹਿਲਾਂ ਇਹ ਕੁਐਸਚਨ ਤੁਸੀਂ ਸੋਲਵ ਕਰੋਗੇ ਦੈਨ ਮੈਂ ਜਿਹੜਾ ਤੁਹਾਨੂੰ ਦਾ ਆਨਸਰ ਦੱਸ ਰਹੀ ਦੇਖੋ ਜੀ he stole a money from me he stole a money from me ਤਾਂ ਚੈੱਕ ਕਰੋ ਤੁਸੀਂ ਯੂਜ਼ ਕੀਤਾ ਆਰਟੀਕਲ ਦਾ ਤੇ ਆਰਟੀਕਲ ਕੀ ਯੂਜ਼ ਕੀਤਾ ਤੁਸੀਂ a ਦਾ ਯੂਜ਼ ਕੀਤਾ ਤੇ ਚੈੱਕ ਕਰੋ ਉਸ ਤੋਂ ਬਾਅਦ ਵਾਲਾ ਨਾਉਨ ਕੀ ਹੈ ਮਨੀ ਕੀ ਹੈ ਤਾਂ ਹੁਣ ਆਪਾਂ ਨਾਉਨ ਦੇ ਵਿੱਚ ਕੀਤਾ ਜਦੋਂ ਆਪਾਂ ਨਾਉਨ ਦੀਆਂ ਕਲਾਸਾਂ ਅਟੈਂਡ ਕੀਤੀਆਂ ਸੀ ਨਾਉਨ ਦੀਆਂ ਕਲਾਸਾਂ ਜਿੰਨਾ ਸਟੂਡੈਂਟਸ ਨੇ ਲਾਈਆਂ ਨੇ ਉਹਨਾਂ ਨੂੰ ਪਤਾ ਹੋਣਾ ਕਿ ਮਨੀ ਕੀ ਹੈ ਤੁਹਾਡੇ ਕੋਲੇ ਮਨੀ ਇੱਕ ਅਨਕਾਊਂਟੇਬਲ ਨਾਉਨ ਹੈ ਮਨੀ ਕੀ ਹੈ ਜੀ ਅਨਕਾਊਂਟੇਬਲ ਨਾਉਨ ਹੈ ਹੁਣ ਜਦੋਂ ਆਪਾਂ ਡੈਫੀਨੇਸ਼ਨ ਕੀਤੀਆਂ ਸੀ ਅਨਕਾਊਂਟੇਬਲ ਨਾਉਨ ਹੈ ਜਿੱਥੇ ਆਪਾਂ ਦੇਖਿਆ ਸੀ ਕਿ a ਦਾ ਯੂਜ਼ ਕੀਤਾ ਜਾਂਦਾ ਹੈ ਐਂਡ ਦਾ ਯੂਜ਼ ਕੀਤਾ ਜਾਂਦਾ ਹੈ ਦਾ ਯੂਜ਼ ਕੀਤਾ ਜਾਂਦਾ ਹੈ ਤਾਂ ਦਾ ਯੂਜ਼ ਕੀਤਾ ਜਾਂਦਾ ਤੁਹਾਡੇ ਕੋਲੇ ਆਪਣੇ ਕੋਲੇ ਕਾਊਂਟੇਬਲ ਵੀ ਹੋ ਸਕਦੇ ਆ ਨਾਉਨਸ ਤੇ ਅਨਕਾਊਂਟੇਬਲ ਵੀ ਹੋ ਸਕਦੇ ਆ ਬਟ a ਐਂਡ ਦਾ ਯੂਜ਼ ਹਮੇਸ਼ਾ ਹੀ ਸਿੰਗੂਲਰ ਕਾਊਂਟੇਬਲ ਨਾਉਨਸ ਦੇ ਨਾਲ ਕੀਤਾ ਜਾਂਦਾ ਹੈ ਤੁਸੀਂ ਅਨਕਾਊਂਟੇਬਲ ਨਾਉਨਸ ਦੇ ਨਾਲ ਜਾਂ ਫਿਰ ਪਲੂਰਲ ਕਾਊਂਟੇਬਲ ਨਾਉਨਸ ਦੇ ਨਾਲ a ਦਾ ਜਾਂ ਫਿਰ ਐਂਡ ਦਾ ਯੂਜ਼ ਨਹੀਂ ਕਰਦੇ ਸੋ ਇੱਥੇ ਚੈੱਕ ਕਰੋ ਤੁਹਾਡੇ ਕੋਲੇ ਮਨੀ ਕੀ ਹੈ ਇੱਕ ਅਨਕਾਊਂਟੇਬਲ ਨਾਉਨ Money is an uncountable noun, so you have to use article the rather than a. A ਦਾ use ਇੱਥੇ ਨਹੀਂ ਹੋਏਗਾ ਤੁਸੀਂ ਦਾ use ਕਰ ਸਕਦੇ ਹੋ ਬਟ ਜੇ ਤੁਹਾਡੇ ਕੋਲ ਸੇਮ ਚੀਜ਼ ਸਪੈਸੀਫਿਕ ਜੀ ਗੱਲ ਕੀਤੀ ਗਈ ਹੈ ਕੋਈ ਮਨੀ ਦੀ ਗੱਲ ਕੀਤੀ ਜਾ ਰਹੀ ਹੈ ਮਨੀ ਕਿਹੜੀ ਹੈ ਉੱਥੇ ਸਪੈਸੀਫਿਕ ਨਹੀਂ ਹੈ ਸਪੈਸੀਫਾਈ ਨਹੀਂ ਕੀਤਾ ਹੋਇਆ ਤਾਂ ਤੁਸੀਂ ਸਿੰਪਲੀ ਸੈਂਟੈਂਸ ਬਣਾ ਸਕਦੇ ਹੋ ਹੀ ਸਟੋਲ ਮਨੀ ਫਰੋਮ ਮੀ ਸੋ ਬੀ ਪਾਰਟ ਹੈ ਜਿਹੜਾ ਤੁਹਾਡੇ ਕੋਲ ਐਰਰ ਹੈ ਬੀ ਦੇ ਵਿੱਚ ਤੁਸੀਂ ਟਿਕ ਕਰੋਗੇ ਤਾਂ ਕਨਸੈਪਟ ਪਤਾ ਲੱਗ ਗਿਆ ਕਿ ਅਨਕਾਊਂਟੇਬਲ ਨਾਮ ਨਾਲ ਤੁਹਾਡੇ ਕੋਲ a ਐਂਡ ਦਾ ਯੂਜ਼ਰ ਨਹੀਂ ਹੁੰਦਾ ਹਾਂਜੀ ਤੇ ਨੈਕਸਟ ਕੁਐਸਚਨ ਜੋ ਤੁਸੀਂ ਸੋਲਵ ਕਰਨਾ ਹੈ ਅਗੇਨ ਚੈੱਕ ਕਰੋ ਕੁਐਸਚਨ ਕਨਸੈਪਟ ਆਪਾਂ ਕਲਾਸ ਦੇ ਵਿੱਚ ਡਿਸਕਸ ਕਰ ਚੁੱਕੇ ਹਾਂ ਹੁਣ ਸਿਰਫ ਤੁਸੀਂ ਇਹਨੂੰ ਸੋਲਵ ਕਰਨਾ ਦੇਖੋ ਜੀ ਕਿਹੜੇ ਪਾਰਟ ਦੇ ਵਿੱਚ ਐਰਰ ਹੈ ਦੈਨ ਆਪਾਂ ਇਹ ਜਿਹੜਾ ਕੁਐਸਚਨ ਦਾ ਆਨਸਰ ਚੈੱਕ ਕਰੋ ਹਾਂਜੀ ਤਾਂ ਕੀ ਕੁਐਸਚਨ ਹੈ I asked my friend a question but he couldn't answer a question ਤਾਂ ਤੁਹਾਡੇ ਕੋਲ ਕੀ ਪੁੱਛਿਆ ਜਾ ਰਿਹਾ ਹੈ I asked my friend a question ਮੈਂ ਆਪਣੇ ਫਰੈਂਡ ਨੂੰ ਇੱਕ ਕੁਐਸਚਨ ਪੁੱਛਿਆ but he couldn't answer a question but ਉਹਨੇ ਜਿਹੜਾ ਉਹਦਾ ਆਨਸਰ ਨਹੀਂ ਦੇ ਉਹ ਜਿਹੜਾ ਉਹਦਾ ਆਨਸਰ ਹੈ ਉਹ ਨਹੀਂ ਦੇ ਸਕਿਆ ਤਾਂ ਤੁਹਾਡੇ ਕੋਲ ਕੀ ਆ ਗਿਆ ਇੱਕ ਕੁਐਸਚਨ ਦੀ ਗੱਲ ਕੀਤੀ ਜਾ ਰਹੀ ਹੈ I asked my friend a question but he couldn't answer a ਕੁਐਸਚਨ ਤਾਂ ਤੁਹਾਡੇ ਕੋਲ ਸੇਮ ਚੀਜ਼ ਤੁਸੀਂ ਚੈੱਕ ਕਰੋਗੇ ਤਾਂ ਆਰਟੀਕਲ ਕਿਹੜਾ ਯੂਜ਼ ਕੀਤਾ ਕਿਉਂਕਿ ਆਪਾਂ ਆਰਟੀਕਲ ਦਾ ਟੌਪਿਕ ਕਰ ਰਹੇ ਹਾਂ ਸੋ ਆਰਟੀਕਲ ਹੀ ਫਾਈਂਡ ਆਊਟ ਕਰੋ ਇੱਕ ਵਾਰ ਤਾਂ ਇਹ ਆਰਟੀਕਲ ਇੱਥੇ ਯੂਜ਼ ਕੀਤਾ ਇਹ ਆਰਟੀਕਲ ਹੀ ਤੁਸੀਂ ਸੈਕਿੰਡ ਵਾਲੇ ਆਪਣੇ ਕੋਲ ਵਰਡ ਦੇ ਵਿੱਚ ਯੂਜ਼ ਕੀਤਾ ਤਾਂ ਤੁਹਾਨੂੰ ਜਦੋਂ ਡੈਫੀਨੇਸ਼ਨ ਪ੍ਰੋਵਾਈਡ ਕੀਤੀ ਸੀ ਯੂਜ਼ ਕਰਾਇਆ ਸੀ ਆਪਾਂ ਵੀ ਆਰਟੀਕਲ ਦਾ ਯੂਜ਼ ਕਿੱਥੇ ਕੀਤਾ ਜਾਏਗਾ ਤੇ ਇਹ ਐਂਡ ਦਾ ਯੂਜ਼ ਜਿਹੜਾ ਤੁਸੀਂ ਕਿੱਥੇ ਕਰੋਗੇ ਤਾਂ ਉੱਥੇ ਦੱਸਿਆ ਗਿਆ ਸੀ ਜਦੋਂ ਤੁਸੀਂ ਪਹਿਲੀ ਵਾਰ ਕਿਸੇ ਚੀਜ਼ ਨੂੰ ਇੰਟਰੋਡਿਊਸ ਕਰਾ ਰਹੇ ਹੋ ਤਾਂ ਤੁਸੀਂ ਇਹ ਐਂਡ ਦਾ ਯੂਜ਼ ਕਰੋਗੇ ਫਸਟ ਟਾਈਮ ਇੰਟਰੋਡਿਊਸ ਕਰਾ ਰਹੇ ਹੋ ਜਦੋਂ ਤੁਸੀਂ ਕਿਸੇ ਚੀਜ਼ ਨੂੰ ਤਾਂ ਤੁਸੀਂ ਯੂਜ਼ ਕਰ ਰਹੇ ਜੀ ਆਰਟੀਕਲ ਇਹ ਹੈ ਬਟ ਜੇ ਤੁਸੀਂ ਸੇਮ ਚੀਜ਼ ਜਿਹੜੀ ਚੀਜ਼ ਪਹਿਲਾਂ ਇੰਟਰੋਡਿਊਸ ਕਰਵਾਈ ਜਾ ਰਹੀ ਹੈ ਜਾਂ ਸੈਕਿੰਡ ਟਾਈਮ ਥਰਡ ਟਾਈਮ ਤੁਸੀਂ ਕਿਸੇ ਚੀਜ਼ ਨੂੰ ਇੰਟਰੋਡਿਊਸ ਕਰਵਾ ਰਹੇ ਹੋ ਤਾਂ ਤੁਸੀਂ ਯੂਜ਼ ਕਰਨਾ ਆਰਟੀਕਲ ਦਾ ਹੁਣ ਇੱਥੇ ਚੈੱਕ ਕਰੋ I asked my friend a question but he couldn't answer a question ਤਾਂ ਹੁਣ ਉਸੇ ਕੁਐਸਚਨ ਦਾ ਆਨਸਰ ਜਿਹੜਾ ਕੁਐਸਚਨ ਤੁਸੀਂ ਪੁੱਛਿਆ ਉਸੇ ਕੁਐਸਚਨ ਦਾ ਹੀ ਆਨਸਰ ਤੁਹਾਡੇ ਫਰੈਂਡ ਨੇ ਨਹੀਂ ਦਿੱਤਾ ਤਾਂ ਤੁਸੀਂ ਕੀ ਯੂਜ਼ ਕਰੋਗੇ ਸੈਕਿੰਡ ਵਾਲੇ ਦੇ ਵਿੱਚ ਆਰਟੀਕਲ ਦਾ ਯੂਜ਼ ਕਰੋਗੇ ਬਿਕੋਜ਼ ਜਿਹੜਾ ਕੁਐਸਚਨ ਆ ਉਹ ਪਹਿਲਾਂ ਇੰਟਰੋਡਿਊਸ ਕਰਵਾਇਆ ਜਾ ਚੁੱਕਿਆ ਹੈ ਫਰਸਟ ਜਿਹੜੀ ਫਰੇਜ਼ ਸੀ ਤੁਹਾਡੇ ਕੋਲੇ I asked my friend a question ਉਹਦੇ ਵਿੱਚ ਤੁਹਾਨੂੰ ਸਿੰਪਲ ਦੱਸਤਾ ਕਿ ਕੋਈ ਕੁਐਸਚਨ ਪੁੱਛਿਆ ਜਾ ਰਿਹਾ ਸੈਕਿੰਡ ਦੇ ਵਿੱਚ ਉਸੇ ਕੁਐਸਚਨ ਦੇ ਵਾਸਤੇ ਤੁਸੀਂ ਆਰਟੀਕਲ ਉਹ ਫੇਰ ਯੂਜ਼ ਕੀਤਾ ਸੋ ਸੀ ਪਾਰਟ ਵਿੱਚ ਤੁਹਾਡੀ ਐਰਰ ਹੈ ਸੋ ਧਿਆਨ ਦੇ ਨਾਲ ਜਿਹੜਾ ਆਰਟੀਕਲ ਦਾ ਟੌਪਿਕ ਤੁਸੀਂ ਕਰੋਗੇ ਕੁਐਸਚਨ ਜਿਹੜੇ ਇੰਨੇ ਡੀਪਲੀ ਪੁੱਛੇ ਜਾਂਦੇ ਆ ਜਿਵੇਂ ਤੁਸੀਂ ਹੁਣ ਅੱਜ ਦੇ ਕਲਾਸ ਦੇ ਵਿੱਚ ਦੇਖ ਹੀ ਲਿਆ ਪਹਿਲਾ ਕੁਐਸਚਨ ਆਪਾਂ ਕੀਤਾ ਮਨੀ ਵਾਲਾ ਮਨੀ ਅਨਕਾਊਂਟੇਬਲ ਨਾਉਨ ਹੈ ਤਾਂ ਤੁਸੀਂ ਆਰਟੀਕਲ ਏ ਐਂਡ ਦਾ ਯੂਜ਼ ਨਹੀਂ ਕਰੋਗੇ ਸੈਕਿੰਡ ਕੁਐਸਚਨ ਜਿਹੜਾ ਤੁਸੀਂ ਸਕਰੀਨ ਦੇ ਉੱਤੇ ਦੇਖ ਰਹੇ ਹੋ ਉਹ ਕੁਐਸਚਨ ਵਾਲਾ ਹੈ ਨਾ ਤਾਂ ਹੁਣ ਫਰਸਟ ਕੁਐਸਚਨ ਨੂੰ ਇੰਟਰੋਡਿਊਸ ਕਰਵਾਇਆ ਜਾ ਰਿਹਾ ਤਾਂ ਤੁਸੀਂ ਸੈਕਿੰਡ ਵਾਲੀ ਟਾਈਪ ਦੇ ਵਿੱਚ ਜਦੋਂ ਤੁਸੀਂ ਕੁਐਸਚਨ ਦੇ ਬਾਰੇ ਦੁਬਾਰਾ ਡਿਸਕਸ ਕਰ ਰਹੇ ਹੋ ਤਾਂ ਉੱਥੇ ਆਰਟੀਕਲ ਏ ਦਾ ਯੂਜ਼ ਜਾਂ ਐਂਡ ਦਾ ਯੂਜ਼ ਨਹੀਂ ਹੋਗਾ ਆਰਟੀਕਲ ਯੂਜ਼ ਕਰੋਗੇ ਦਾ ਕੁਐਸਚਨ ਹੈ ਜਿਹੜਾ ਤੁਸੀਂ ਯੂਜ਼ ਕਰੋਗੇ ਤਾਂ ਸੀ ਪਾਰਟ ਦੇ ਵਿੱਚ ਇੱਥੇ ਤੁਹਾਡੀ ਐਰਰ ਸੀ ਤੁਸੀਂ ਸੀ ਹੈ ਜਿਹੜਾ ਉਹ ਟਿਕ ਕਰੋਗੇ ਆਈ ਹੋਪ ਤੁਹਾਡਾ ਕਨਸੈਪਟ ਹੈ ਜਿਹੜਾ ਕਲੀਅਰ ਹੋ ਗਿਆ ਹੋਵੇਗਾ ਹੋਮਵਰਕ ਕੁਐਸਚਨ ਜ਼ਰੂਰ ਕਰਨੇ ਆ ਜਿਹੜਾ ਆਪਣੇ ਕੋਲੇ ਨੈਕਸਟ ਕਲਾਸ ਹੋਏਗੀ ਆਪਾਂ ਉਹਦੇ ਵਿੱਚ ਜਿਹੜੇ ਆਨਸਰ ਹੈ ਜਿਹੜੇ ਉਹ ਡਿਸਕਸ ਕਰਾਂਗੇ ਜਿਹੜਾ ਸਟੂਡੈਂਟ ਕਲਾਸ ਆਪਣਾ ਰੈਗੂਲਰ ਦੇਖ ਰਿਹਾ ਤਾਂ ਉਹਨੇ ਜਿਹੜੇ ਕੁਐਸਚਨ ਆ ਉਹ ਪਹਿਲਾਂ ਹੀ ਡਿਸਕਸ ਆਪਣੇ ਜਿਹੜੇ ਆਨਸਰ ਨੇ ਉਹ ਪਹਿਲਾਂ ਕਰ ਲਏ ਹੋਣੇ ਆ ਤੇ ਜਿਹੜਾ ਆਪਣੇ ਕਮੈਂਟ ਬਾਕਸ ਵਿੱਚ ਤੁਸੀਂ ਆਨਸਰ ਆ ਉਹ ਦੱਸ ਸਕਦੇ ਹੋ ਬਾਕੀ ਜਿਹੜੀਆਂ ਕਲਾਸਾਂ ਨੇ ਤੁਹਾਡੀਆਂ ਰੈਗੂਲਰ ਚੱਲ ਹੀ ਰਹੀਆਂ ਨੇ ਰਿਕਾਰਡਡ ਫਾਰਮ ਵਿੱਚ ਤੁਹਾਨੂੰ ਮਿਲ ਹੀ ਰਹੀਆਂ ਨੇ ਤੇ ਤੁਸੀਂ ਇਹ ਜਿਹੜਾ ਉਹ ਕੁਐਸਚਨ ਦਾ ਇਹਨਾਂ ਦੇ ਆਨਸਰ ਹੈ ਵੀਡੀਓ ਨੂੰ ਨੈਕਸਟ ਕਲਾਸ ਦੇ ਵਿੱਚ ਦੇਖੋਗੇ ਹਾਂਜੀ ਤਾਂ ਅੱਗੇ ਕਰਾਂਗੇ ਸਟਾਰਟ ਆਪਣਾ ਨੈਕਸਟ ਕਲਾਸ ਦੇਖਾਂਗੇ ਨਿਊ ਟੌਪਿਕਸ ਦੇਖਾਂਗੇ ਅਗੇਨ ਆਰਟੀਕਲ ਨਾਲ ਰਿਲੇਟਡ ਮੋਸਟ ਇੰਟਰਸਟਿੰਗ ਟੌਪਿਕ ਹੈ ਇਹ ਇੰਗਲਿਸ਼ ਦਾ ਬਹੁਤ ਸਾਰੇ ਯੂਜ਼ਰਸ ਨੇ ਜਿਹੜੇ ਤੁਸੀਂ ਆਰਟੀਕਲ ਦੇ ਦੇਖੋਗੇ ਦੇਖਾਂਗੇ ਇੱਕ ਵਾਰ ਕੁਇਕ
ਰਿਵੀਜ਼ਨ ਲਵਾਂਗੇ ਜਿੰਨਾ ਕੁ ਟਾਈਮ ਹੈ ਜਿਹੜਾ ਆਪਾਂ ਇਹ ਵਾਲੀਆਂ ਚੀਜ਼ਾਂ ਕੀਤੀਆਂ ਨੇ। ਸਭ ਤੋਂ ਪਹਿਲਾਂ ਆਪਾਂ ਦੇਖਿਆ ਕਿ ਆਰਟੀਕਲ ਦੀ ਡੈਫੀਨੇਸ਼ਨ ਕੀ ਹੁੰਦੀ ਹੈ। ਡੈਫੀਨੇਸ਼ਨ ਦੇ ਵਿੱਚ ਚੈੱਕ ਕੀਤਾ ਕਿ ਆਰਟੀਕਲ ਦੇ ਵਿੱਚ ਸਿੰਪਲ ਤੁਸੀਂ 3 ਵਰਡਸ ਦੇਖੋਗੇ, ਏ ਐਂਡ ਔਰ ਦਾ। ਏ ਦਾ ਯੂਜ਼ ਕਿੱਥੇ ਹੋਏਗਾ, ਦਾ ਯੂਜ਼ ਕਿੱਥੇ ਹੋਏਗਾ, ਐਂਡ ਦਾ ਯੂਜ਼ ਕਿੱਥੇ ਹੋਏਗਾ, ਆਪਾਂ ਵਨ ਬਾਏ ਵਨ ਯੂਜ਼ ਕਰਾਂਗੇ, ਉੱਥੇ ਆਪਾਂ ਡਿਸਕਸ ਕਰਾਂਗੇ। ਹਾਂਜੀ, ਸਿੰਪਲ ਤੁਹਾਨੂੰ ਦੱਸਿਆ ਗਿਆ ਕਿ ਏ ਐਂਡ ਦਾ ਯੂਜ਼ ਕੀਤਾ ਜਾਂਦਾ ਹੈ। ਇਹ ਪ੍ਰੋਸੀਡ ਕਰਦੇ ਆ ਨਾਉਨ ਨਾਮ ਤੋਂ ਦੋਨੋਂ ਤੁਸੀਂ ਇੱਥੇ ਯੂਜ਼ ਕਰਦੇ ਹੋ। ਅੱਗੇ ਤੁਹਾਡੇ ਕੋਲ ਸਿੰਪਲ ਡੈਫੀਨੇਸ਼ਨ ਸੀ ਜਿਹੜੀ ਉਹ ਤੁਹਾਨੂੰ ਲਿਖ ਕੇ ਦਿੱਤੀ ਗਈ ਹੈ। ਨੈਕਸਟ ਆਪਾਂ ਕੁਝ ਐਗਜ਼ਾਮਪਲ ਡਿਸਕਸ ਕੀਤੀਆਂ। ਹੀ ਇਜ਼ ਅ ਗੁੱਡ ਬॉय, ਹੀ ਇਜ਼ ਗੁੱਡ। ਅਗੇਨ ਤੁਸੀਂ ਚੈੱਕ ਕੀਤਾ ਕਿ ਨਾਉਨ ਹੈ ਤਾਂ ਤੁਸੀਂ ਆਰਟੀਕਲ ਦਾ ਯੂਜ਼ ਕੀਤਾ, ਬਟ ਵਿਦਆਊਟ ਨਾਉਨ ਹੈ ਜਿਹੜਾ ਤੁਸੀਂ ਆਰਟੀਕਲ ਦਾ ਯੂਜ਼ ਨਹੀਂ ਕਰੋਗੇ। ਨੈਕਸਟ ਆਪਾਂ ਡਿਸਕਸ ਕੀਤੀਆਂ ਟਾਈਪਸ ਆਫ ਆਰਟੀਕਲ। ਆਰਟੀਕਲ ਟੂ ਟਾਈਪਸ ਹੁੰਦੇ ਨੇ, ਡੈਫੀਨਿਟ ਔਰ ਇਨਡੈਫੀਨਿਟ। ਡੈਫੀਨਿਟ ਤੁਹਾਡੇ ਕੋਲ ਸਿਰਫ ਇੱਕ ਆਰਟੀਕਲ ਹੈ, ਯੂਜ਼ ਕਰਦੇ ਤੁਸੀਂ ਆਰਟੀਕਲ ਦਾ, ਬਟ ਜੇ ਇਨਡੈਫੀਨਿਟ ਫਾਰਮ ਦੇ ਵਿੱਚ ਤੁਸੀਂ ਯੂਜ਼ ਕਰ ਰਹੇ ਹੋ ਤੁਸੀਂ ਏ ਔਰ ਐਂਡ ਦੋ ਆਰਟੀਕਲ ਹੈ ਜਿਹੜੇ ਉਹ ਦੇਖਦੇ ਹੋ। ਨੈਕਸਟ ਤੁਹਾਡੇ ਕੋਲ ਡਿਫਰੈਂਸ ਬਿਟਵੀਨ ਆਰਟੀਕਲ ਦਾ ਔਰ ਏ ਔਰ ਐਂਡ। ਤਾਂ ਏ ਐਂਡ ਦੇ ਵਿੱਚ ਤੇ ਦਾ ਦੇ ਵਿੱਚ ਕੀ ਡਿਫਰੈਂਸ ਹੈ ਉਹ ਚੀਜ਼ ਆਪਾਂ ਦੇਖੀ ਹੈ। ਦਾ ਯੂਜ਼ ਕਿੱਥੇ ਹੋਏਗਾ, ਏ ਐਂਡ ਦਾ ਯੂਜ਼ ਕਿੱਥੇ ਹੋਏਗਾ। ਸਿੰਪਲ ਆਪਾਂ ਜਿਹੜਾ ਰੂਲ ਆ ਉਹ ਚੈੱਕ ਕੀਤਾ ਹੈ। ਡੈਫੀਨੇਸ਼ਨ ਆਪਾਂ ਜਿਹੜੀ ਇਹਨਾਂ ਦੀ ਚੈੱਕ ਕੀਤੀ ਹੈ। ਆਈ ਹੋਪ ਤੁਹਾਨੂੰ ਕਨਸੈਪਟ ਕਲੀਅਰ ਹੋਣਗੇ ਬਿਕਾਜ਼ ਆਪਾਂ ਬਹੁਤ ਡੀਪਲੀ ਹੈ ਜਿਹੜਾ ਇਹਨਾਂ ਨੂੰ ਡਿਸਕਸ ਕੀਤਾ। ਹਾਂਜੀ, ਅੱਗੇ ਆਪਾਂ ਡਿਸਕਸ ਕੀਤੀਆਂ ਕੁਝ ਐਗਜ਼ਾਮਪਲਸ। ਆਰਟੀਕਲ ਦਾ ਯੂਜ਼ ਕਿਵੇਂ ਕੀਤਾ ਜਾਂਦਾ ਹੈ, ਏ ਐਂਡ ਦਾ ਯੂਜ਼ ਕਿਵੇਂ ਕੀਤਾ ਜਾਂਦਾ ਹੈ। ਲਾਸਟ ਜਿਹੜਾ ਆਪਾਂ ਦਾ ਫਸਟ ਜਿਹੜਾ ਆਪਣਾ ਟੌਪਿਕ ਹੈ, ਵੈਰੀ ਫਸਟ ਟੌਪਿਕ ਆਫ ਆਰਟੀਕਲ ਦੈਟ ਇਜ਼ ਯੂਜ਼ ਆਫ ਆਰਟੀਕਲ ਐਂਡ। ਮੋਸਟ ਆਪਣੇ ਕੋਲ ਕਹਿ ਸਕਦੇ ਹਾਂ ਈਜ਼ੀ, ਜਿਹੜਾ ਸਾਰਿਆਂ ਨਾਲੋਂ ਈਜ਼ੀ ਟੌਪਿਕ ਹੈ ਤੁਹਾਡੇ ਕੋਲ ਐਂਡ ਦਾ ਯੂਜ਼। ਇੱਕੋ ਥਾਂ ਦੇ ਉੱਤੇ ਐਂਡ ਯੂਜ਼ ਕੀਤਾ ਜਾਂਦਾ ਜਿੱਥੇ ਤੁਹਾਡੇ ਕੋਲ ਵੋਵਲ ਸਾਊਂਡ ਆ ਰਹੀ ਹੈ। ਹੁਣ ਵੋਵਲ ਸਾਊਂਡ ਤੁਸੀਂ ਊੜਾ ਆੜਾ ਈੜੀ ਕਹਿ ਸਕਦੇ ਹੋ ਪੰਜਾਬੀ ਦੇ ਵਿੱਚ। ਹਿੰਦੀ ਚ ਕਹੋ ਤਾਂ ਅ ਤੋਂ ਲੈ ਕੇ ਔ ਤੱਕ ਤੁਹਾਡੇ ਕੋਲ ਜਿੰਨੇ ਵੀ ਵਰਡਸ ਆ ਜਾਂਦੇ ਇਹ ਸਾਰੇ ਹੁੰਦੇ ਆ ਆਰਟੀਕਲਸ ਦੇ ਵਿੱਚ ਆ ਜਾਂਦੇ ਆ। ਐਨ ਆਰਟੀਕਲ ਦਾ ਯੂਜ਼ ਕੀਤਾ ਜਾਂਦਾ ਹੈ। ਹਾਂਜੀ, ਤੁਹਾਡੇ ਕੋਲ ਵੈਸੇ ਦੇਖਿਆ ਜਾਵੇ ਤਾਂ 5 ਆਪਣੇ ਕੋਲੇ ਵੋਵਲ ਲੈਟਰਸ ਹੁੰਦੇ ਹੈਗੇ ਇੰਗਲਿਸ਼ ਦੇ ਵਿੱਚ, ਏ ਈ ਆਈ ਔਰ ਯੂ। ਨੈਕਸਟ ਆਪਾਂ ਡਿਸਕਸ ਕੀਤੀਆਂ ਕੁਝ ਐਗਜ਼ਾਮਪਲ ਕਿ ਕਿਸ ਤਰੀਕੇ ਨਾਲ ਤੁਸੀਂ ਆਰਟੀਕਲ ਐਂਡ ਦਾ ਯੂਜ਼ ਕਰੋਗੇ। ਦੈਨ ਆਪਾਂ ਜਿਹੜੇ ਹੈਗੇ ਕੁਝ ਫਿਲਅਪਸ ਜਿਹੜੀਆਂ ਆਪਾਂ ਡਿਸਕਸ ਕੀਤੀਆਂ ਕਿ ਕਿਵੇਂ ਤੁਸੀਂ ਐਂਡ ਜਾਂ ਫਿਰ ਏ ਨੂੰ ਹੈ ਜਿਹੜਾ ਯੂਜ਼ ਕਰਨਾ ਹੈ। ਅੱਗੇ ਡਿਸਕਸ ਕੀਤੇ ਦੋ ਕੁਐਸਚਨ, ਵਨ ਯੂਜ਼ ਕੀਤਾ ਏ ਔਰ ਐਂਡ ਦਾ ਯੂਜ਼। ਦੈਨ ਆਪਾਂ ਡਿਸਕਸ ਕੀਤਾ ਕਿ ਕਿੱਥੇ ਤੁਸੀਂ ਦਾ ਯੂਜ਼ ਹੈ ਜਿਹੜਾ ਉਹ ਕਰੋਗੇ। ਇਹ ਸੀ ਤੁਹਾਡੇ ਹੋਮਵਰਕ ਕੁਐਸਚਨ। ਸਾਰਿਆਂ ਨੇ ਸੋਲਵ ਕਰਨੇ ਆ ਤਾਂ ਜੋ ਜਿਹੜਾ ਤੁਹਾਡਾ ਕਨਸੈਪਟ ਤੁਹਾਨੂੰ ਪਤਾ ਲੱਗਦਾ ਕਿਸ ਤਰੀਕੇ ਨਾਲ ਲੱਗਦਾ ਤੁਸੀਂ ਏ ਦਾ ਯੂਜ਼ ਕਰੋਗੇ ਤਾਂ ਐਂਡ ਦਾ ਯੂਜ਼ ਕਰੋਗੇ। ਨੈਕਸਟ ਕਲਾਸ ਦੇ ਵਿੱਚ ਤੁਹਾਨੂੰ ਇਹਨਾਂ ਦੇ ਆਂਸਰ ਜਿਹੜੇ ਪਹਿਲਾਂ ਦੱਸ ਦਿੱਤੇ ਜਾਣਗੇ, ਦੈਨ ਆਪਾਂ ਜਿਹੜਾ ਨਵਾਂ ਟੌਪਿਕ ਉਹ ਸਟਾਰਟ ਕਰਾਂਗੇ। ਮਿਲਾਂਗੇ ਜਿਵੇਂ ਨੈਕਸਟ ਸੈਸ਼ਨ ਦੇ ਵਿੱਚ। ਅੱਜ ਦਾ ਸੈਸ਼ਨ ਤੁਹਾਡਾ ਇੱਥੇ ਹੀ ਓਵਰ ਕਰਦੇ ਹਾਂ। ਆਈ ਹੋਪ ਤੁਹਾਨੂੰ ਕਲਾਸ ਜਿਹੜੀ ਵਧੀਆ ਲੱਗੀ ਹੋਣੀ ਹੈ। ਜਿਨ੍ਹਾਂ ਜਿਹੜੇ ਵੀ ਸਟੂਡੈਂਟ ਕਲਾਸ ਦੇ ਵਿੱਚ ਆਪਣੀ ਕੋਲ ਫਸਟ ਟਾਈਮ ਆਏ ਆ ਜਾਂ ਫਿਰ ਜਿਨ੍ਹਾਂ ਨੇ ਫਸਟ ਟਾਈਮ ਹੈ ਜਿਹੜੀ ਆਪਣੀ ਕਲਾਸ ਅਟੈਂਡ ਕੀਤੀ ਹੈ, ਚੈਨਲ ਨੂੰ ਆਪਣਾ ਸਬਸਕ੍ਰਾਈਬ ਕਰ ਲੈਣਾ, ਲਾਈਕ ਤੇ ਸ਼ੇਅਰ ਹੈ ਜਿਹੜਾ ਜ਼ਰੂਰ ਕਰਨਾ ਤਾਂ ਜੋ ਤੁਹਾਨੂੰ ਜਿਹੜਾ ਇਹ ਜਿੰਨਾ ਵੀ ਕੰਟੈਂਟ ਕਰਵਾਇਆ ਜਾ ਰਿਹਾ ਥੋੜਾ ਬਹੁਤਾ ਜਿਹੜਾ ਬੈਨੀਫਿਟ ਸਾਨੂੰ ਵੀ ਮਿਲ ਜੇ। ਸੋ ਟਰਾਈ ਕਰੋ ਵੱਧ ਤੋਂ ਵੱਧ ਸਟੂਡੈਂਟ ਤੱਕ ਜਿਹੜਾ ਇਹ ਚੈਨਲ ਦੇ ਲਿੰਕ ਪਹੁੰਚਾਉਣ ਦੀ ਕੋਸ਼ਿਸ਼ ਕਰੋ। ਫ੍ਰੀ ਆਫ ਕਾਸਟ ਜਿਹੜਾ ਤੁਸੀਂ ਆਪਣੀ ਤਿਆਰੀ ਹੈ ਜਿਹੜੀ ਇੱਥੋਂ ਕਰ ਸਕਦੇ ਹੋ। ਤੁਹਾਨੂੰ ਮਟੀਰੀਅਲ ਲਗਭਗ ਜੇ ਤੁਸੀਂ ਮੈਂ ਸਿੰਪਲ ਕਹਾਂ ਤਾਂ ਕੰਪੇਅਰ ਕਰਨਾ ਚਾਹੋ ਤਾਂ ਤੁਸੀਂ ਪੇਡ ਬੈਚ ਨਾਲ ਕੰਪੇਅਰ ਕਰਕੇ ਦੇਖ ਸਕਦੇ ਹੋ। ਆਪਣੇ ਮਟੀਰੀਅਲ ਨੂੰ ਕਿਸੇ ਪੇਡ ਬੈਚ ਨਾਲ ਕੰਪੇਅਰ ਕਰਕੇ ਦੇਖਣਾ ਤੇ ਇਸ ਤੋਂ ਬਾਅਦ ਤੁਸੀਂ ਦੇਖ ਲੈਣਾ ਕਿ ਕੰਟੈਂਟ ਦੀ ਕੁਆਲਿਟੀ ਤੁਹਾਨੂੰ ਕੀ ਪ੍ਰੋਵਾਈਡ ਕਰਵਾਈ ਜਾਏਗੀ। ਸੋ ਦੇਖਾਂਗੇ ਨੈਕਸਟ ਸੈਸ਼ਨ ਦੇ ਵਿੱਚ ਨਵੇਂ ਟੌਪਿਕ ਦੇ ਨਾਲ ਆਪਾਂ ਮਿਲਾਂਗੇ। ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ, ਲਾਈਕ ਤੇ ਸ਼ੇਅਰ ਹੈ ਜਿਹੜਾ ਕਲਾਸ ਨੂੰ ਜ਼ਰੂਰ ਕਰਨਾ। ਸੋ ਥੈਂਕ ਯੂ ਜੀ, ਮਿਲਦੇ ਹਾਂ ਨੈਕਸਟ ਸੈਸ਼ਨ ਦੇ ਵਿੱਚ। ਓਕੇ।